ਸਤਿ ਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 19 ਜਨਵਰੀ ਹੈ, ਦਿਨ ਵੀਰਵਾਰ ਹੈ। ਨਾਨਕਸ਼ਾਹੀ ਸੰਮਤ 554 ਦੇ ਮੁਤਾਬਿਕ ਅੱਜ 6 ਮਾਘ ਹੋ ਗਿਆ। ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਨੂੰ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ ਦੱਸ ਦਿੰਦੇ ਹਾਂ। ਪੰਜਾਬ ਦੇ ਬਠਿੰਡਾ ਤੇ ਫਰੀਦਕੋਟ ਜ਼ਿਲ੍ਹਿਆਂ ਦੇ ਵਿੱਚ ਐਤਕੀ ਪਈ ਠੰਡ ਨੇ ਪਿਛਲੇ 10 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਪਹਾੜੀ ਇਲਾਕੇ ਦੇ ਵਿੱਚ ਬਰਫ਼ਬਾਰੀ ਨੇ ਮੈਦਾਨੀ ਇਲਾਕਿਆਂ ਨੂੰ ਠਾਰ ਕੇ ਰੱਖ ਦਿੱਤਾ ਹੈ। ਪੰਜਾਬ ਦੇ ਵਿੱਚ ਰਾਤ ਤੇ ਸਵੇਰ ਸਮੇਂ ਕੜਾਕੇ ਦੀ ਠੰਡ ਲਗਾਤਾਰ ਜਾਰੀ ਹੈ। ਹਾਲਾਂਕਿ ਦੁਪਹਿਰੇ ਹੈ ਜਿਹੜਾ ਉਹ ਧੁੱਪ ਨਿਕਲਣ ਕਰਕੇ ਮੌਸਮ ਥੋੜਾ ਠੀਕ ਰਹਿੰਦਾ ਹੈ। ਇਸ ਤੋਂ ਪਹਿਲਾਂ ਕੱਲ ਦੇ ਦਿਨ ਤੋਂ ਪਹਿਲਾਂ ਤਾਂ ਲਗਾਤਾਰ ਠੰਡੀਆਂ ਹਵਾਵਾਂ ਚੱਲ ਰਹੀਆਂ ਸਨ, ਬਰਫੀਲੀਆਂ ਹਵਾਵਾਂ ਵੀ ਚੱਲ ਰਹੀਆਂ ਸਨ। ਇਸ ਕਰਕੇ ਧੁੱਪ ਦਾ ਜਿਹੜਾ ਆਨੰਦ ਹੈ ਲੋਕ ਮਾਣ ਨਹੀਂ ਸੀ ਸਕਦੇ। ਕੱਲ ਦਾ ਦਿਨ ਥੋੜਾ ਵਧੀਆ ਰਿਹਾ ਹੈ। ਮੌਸਮ ਵਿਭਾਗ ਦੀ ਪੇਸ਼ੀਨਗੋਈ ਦੇ ਮੁਤਾਬਿਕ 19 ਜਨਵਰੀ ਤੋਂ ਬਾਅਦ ਸੀਤ ਲਹਿਰ ਦਾ ਕਹਿਰ ਅਤੇ ਸੰਘਣੀ ਧੁੰਦ ਦਾ ਪ੍ਰਕੋਪ ਵੀ ਘਟ ਜਾਏਗਾ। ਹੁਣ ਦੇਖਦੇ ਹਾਂ ਕਿ ਕੱਲ ਤੋਂ ਮੌਸਮ ਕਿਵੇਂ ਦਾ ਰਹੂਗਾ। ਮੋਹਾਲੀ ਚੰਡੀਗੜ੍ਹ ਬਾਰਡਰ ਨੇੜੇ ਲੱਗੇ ਪੱਕੇ ਮੋਰਚੇ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਗੱਡੀ ਤੇ ਪਥਰਾਅ ਕੀਤਾ ਗਿਆ, ਜਿਸ ਤੋਂ ਬਾਅਦ ਐਸਜੀਪੀਸੀ ਪ੍ਰਧਾਨ ਅਤੇ ਪੱਕਾ ਮੋਰਚਾ ਆਪਸ ਦੇ ਵਿੱਚ ਟਕਰਾਅ ਦੇ ਵਿੱਚ ਆ ਗਏ ਨੇ। ਪ੍ਰਧਾਨ ਨੇ ਜਿੱਥੇ ਕਿਹਾ ਕਿ ਮੈਨੂੰ ਮੋਰਚੇ ਵਿੱਚ ਸੱਦ ਕੇ ਜ਼ਲੀਲ ਕੀਤਾ ਗਿਆ, ਦੂਸਰੇ ਪਾਸੇ ਮੋਰਚੇ ਨੇ ਕਿਹਾ ਕਿ ਅਸੀਂ ਸੱਦਿਆ ਨਹੀਂ, ਅਸੀਂ ਤਾਂ ਬਲਕਿ ਆਉਣ ਤੋਂ ਰੁਕਿਆ ਸੀ, ਕਿਉਂਕਿ 328 ਪਾਵਨ ਸਰੂਪਾਂ ਦਾ ਜਿਹੜਾ ਮਾਮਲਾ ਉਹ ਹਾਲੇ ਤੱਕ ਸ਼੍ਰੋਮਣੀ ਕਮੇਟੀ ਸੁਲਝਾ ਨਹੀਂ ਸਕੀ ਹੈ। ਐਸਜੀਪੀਸੀ ਪ੍ਰਧਾਨ ਧਾਮੀ ਤੇ ਹੋਏ ਹਮਲੇ ਦੀ ਨਿੰਦਿਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਮੇਤ ਹੋਰਨਾਂ ਨੇ ਵੀ ਕੀਤੀ ਹੈ, ਪਰ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਦਾ ਵਿਰੋਧ ਬਾਦਲਾਂ ਦੇ ਵੱਲੋਂ ਪੰਥ ਨਾਲ ਕੀਤੀਆਂ ਗੱਦਾਰੀਆਂ ਦਾ ਨਤੀਜਾ ਹੈ। ਫੈਡਰੇਸ਼ਨ ਨੇ ਕਿਹਾ ਕਿ ਸ਼ੁਕਰ ਕਰੋ ਕਿ ਨੌਜਵਾਨਾਂ ਨੇ ਸਿਰਫ ਐਸਜੀਪੀਸੀ ਪ੍ਰਧਾਨ ਦੀ ਗੱਡੀ ਹੀ ਤੋੜੀ ਹੈ। ਚਾਹੀਦਾ ਤਾਂ ਇਹ ਸੀ ਕਿ ਬਾਦਲ ਦਲੀਆਂ ਨੂੰ ਗੱਡੀ ਚੋਂ ਕੱਢ ਕੇ ਚੰਗੀ ਤਰ੍ਹਾਂ ਕੁਟਾਪਾ ਚਾੜਦੇ ਅਤੇ ਉਹਨਾਂ ਨੂੰ ਉਹ ਦਿਨ ਯਾਦ ਕਰਵਾਉਂਦੇ ਜਦੋਂ ਲਾਪਤਾ 328 ਪਾਵਨ ਸਰੂਪਾਂ ਦਾ ਇਨਸਾਫ ਮੰਗਦੇ। ਪੰਥ ਪ੍ਰਸਤ ਗੁਰਸਿੱਖਾਂ ਉੱਤੇ ਐਸਜੀਪੀਸੀ ਦੇ ਗੁੰਡਿਆਂ ਤੇ ਬਾਦਲ ਸੈਨਾ ਨੇ ਡਾਂਗਾਂ ਕਿਰਪਾਨਾਂ ਦੇ ਨਾਲ ਹਮਲਾ ਕੀਤਾ ਸੀ। ਸਿੰਘ ਸਿੰਘਣੀਆਂ ਦੇ ਕੇਸ ਕਕਾਰ ਤੇ ਦਸਤਾਰਾਂ ਰੋਲੀਆਂ ਸਨ। ਉਹਨਾਂ ਕਿਹਾ ਕਿ ਧਾਮੀ ਤੇ ਹਮਲੇ ਤੋਂ ਬਾਅਦ ਹੁਣ ਬਾਦਲ ਦਲ ਨੂੰ ਜ਼ਰੂਰ ਸਬਕ ਲੈਣਾ ਚਾਹੀਦਾ ਹੈ। ਪੰਜਾਬ ਦੇ ਸਾਬਕਾ ਵਿੱਤ ਮੰਤਰੀ ਤੇ ਕਾਂਗਰਸੀ ਲੀਡਰ ਮਨਪ੍ਰੀਤ ਬਾਦਲ ਦੇ ਬੀਜੇਪੀ ਦੇ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਹੁਣ ਪੰਜਾਬ ਦੀ ਸਿਆਸਤ ਦੇ ਵਿੱਚ ਘੁਸਰ-ਮੁਸਰ ਸ਼ੁਰੂ ਹੋ ਗਈ ਹੈ। ਦੋ ਸਾਬਕਾ ਅਕਾਲੀ ਵਜ਼ੀਰਾਂ ਦੇ ਵੀ ਬੀਜੇਪੀ ਵਿੱਚ ਜਾਣ ਦੇ ਚਰਚੇ ਚੱਲ ਰਹੇ ਨੇ। ਉਧਰ ਅਮਿਤ ਸ਼ਾਹ 29 ਜਨਵਰੀ ਨੂੰ ਪਟਿਆਲਾ ਆ ਰਹੇ ਨੇ। ਹੋ ਸਕਦਾ ਹੈ ਕਿ ਉਹ ਜਦੋਂ ਆਉਣ ਤੇ ਪੰਜਾਬ ਦੇ ਹੋਰ ਲੀਡਰ ਵੀ ਬੀਜੇਪੀ ਦਾ ਪੱਲਾ ਗਲ ਦੇ ਵਿੱਚ ਪਾ ਲੈਣ। ਇਹ ਵੀ ਪਤਾ ਲੱਗਿਆ ਕਿ ਪੰਜਾਬ ਬੀਜੇਪੀ ਦੇ ਲੀਡਰਾਂ ਨੂੰ ਬੀਜੇਪੀ ਹਾਈਕਮਾਨ ਬਾਈਪਾਸ ਕਰਨ ਲੱਗੀ ਹੈ। ਕੱਲ ਜਿਹੜੀ ਦਲ ਬਦਲੀ ਹੋਈ ਹੈ, ਯਾਨੀ ਕਿ ਮਨਪ੍ਰੀਤ ਬਾਦਲ ਜਦੋਂ ਬੀਜੇਪੀ 'ਚ ਸ਼ਾਮਿਲ ਹੋਏ ਨੇ ਤਾਂ ਪੰਜਾਬ ਦਾ ਕੋਈ ਵੀ ਵੱਡਾ ਲੀਡਰ ਮੌਜੂਦ ਨਹੀਂ ਸੀ। ਇਸ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਬੀਜੇਪੀ ਵਾਲੇ ਮਨਪ੍ਰੀਤ ਬਾਦਲ ਤੋਂ ਖੁਸ਼ ਨਹੀਂ, ਤੇ ਦੂਸਰਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਭਾਜਪਾ ਹਾਈਕਮਾਨ ਪੰਜਾਬ ਦੇ ਬੀਜੇਪੀ ਲੀਡਰਾਂ ਨੂੰ ਬਾਈਪਾਸ ਕਰਨ ਲੱਗੀ ਹੈ, ਤੇ ਜਿਸ ਕਰਕੇ ਅੰਦਰਲੇ ਜਿਹੜੇ ਬੀਜੇਪੀ ਅੰਦਰਲੇ ਟਕਸਾਲੀ ਲੀਡਰ ਨੇ ਪੰਜਾਬ ਦੇ ਉਹ ਨਿਰਾਸ਼ ਨੇ। ਪਾਰਟੀ ਦੇ ਇੱਕ ਸੀਨੀਅਰ ਲੀਡਰ ਨੇ ਦੱਸਿਆ ਕਿ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਇਸ ਦੀ ਤਾਜ਼ਾ ਉਦਾਹਰਣ ਨੇ। ਇਸ ਤੋਂ ਪਹਿਲਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਤੇ ਹੋਰਨਾਂ ਕਈ ਮੌਕਿਆਂ ਤੇ ਵੀ ਬੀਜੇਪੀ ਦੇ ਸੂਬਾ ਪੱਧਰੀ ਲੀਡਰਾਂ ਨੂੰ ਨਿਰਾਸ਼ਾ ਝੱਲਣੀ ਪਈ ਹੈ। ਪਤਾ ਲੱਗਿਆ ਕਿ ਸੂਬੇ ਦੇ ਲੀਡਰਾਂ ਨੂੰ ਦਲ ਬਦਲੀਆਂ ਦੀ ਕੋਈ ਜਿਹੜੀ ਸੂਚਨਾ ਹੈ ਉਹ ਹੀ ਨਹੀਂ ਦਿੱਤੀ ਜਾ ਰਹੀ। ਇਸ ਕਰਕੇ ਉਹ ਇਹਨਾਂ ਦਲ ਬਦਲੀਆਂ ਮੌਕੇ ਨਹੀਂ ਪਹੁੰਚ ਪਾ ਰਹੇ, ਯਾਨੀ ਕਿ ਜਿਹੜਾ ਦਲ ਬਦਲੀਆਂ ਦਾ ਸਿਹਰਾ ਬੀਜੇਪੀ ਹਾਈਕਮਾਨ ਇਹਨਾਂ ਲੀਡਰਾਂ ਨੂੰ ਨਹੀਂ ਦੇਣਾ ਚਾਹੁੰਦੀ। ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਲਤੀਫਪੁਰਾ ਮੋਰਚੇ ਤੇ ਜਿਹੜੀ ਪਹਿਲੀ ਮੀਟਿੰਗ ਕੀਤੀ ਗਈ ਹੈ, ਉਸ ਤੋਂ ਬਾਅਦ ਕੱਲ ਮੋਰਚੇ ਦੇ ਆਗੂਆਂ ਦੀ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋਈ। ਮੁੜ ਵਸੇਬਾ ਸਾਂਝਾ ਮੋਰਚਾ ਦੇ ਨਾਲ ਪ੍ਰਸ਼ਾਸਨ ਦੀ ਹੋਈ ਮੀਟਿੰਗ ਵੀ ਬੇਸਿੱਟਾ ਰਹੀ ਹੈ। 2 ਘੰਟੇ ਮੀਟਿੰਗ ਚੱਲੀ। ਇਸ ਦੌਰਾਨ ਸਰਕਾਰ ਤੇ ਪ੍ਰਸ਼ਾਸਨ ਨੇ ਵਸੇਬੇ ਦੇ ਲਈ ਬਦਲਵੀਂ ਥਾਂ ਦੇਣ ਦੀ ਪੇਸ਼ਕਸ਼ ਪੀੜਤ ਲੋਕਾਂ ਦੇ ਸਾਹਮਣੇ ਰੱਖੀ, ਪਰ ਇਹਨਾਂ ਲੋਕਾਂ ਦੀ ਇੱਕੋ ਇੱਕ ਮੰਗ ਹੈ ਕਿ ਉਸੇ ਥਾਂ ਤੇ ਸਾਨੂੰ ਵਸਾਇਆ ਜਾਵੇ ਜਿੱਥੋਂ ਉਜਾੜਿਆ ਗਿਆ ਹੈ। ਇੱਕ ਹੋਰ ਮੰਗ ਲੋਕਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ ਤੇ ਨਾਲ ਹੀ ਗਾਲੀ ਗਲੋਚ ਕਰਨ ਵਾਲੇ ਡੀਸੀਪੀ ਖਿਲਾਫ ਕਾਰਵਾਈ ਕੀਤੀ ਜਾਵੇ, ਤੇ ਇਸ ਤੋਂ ਘੱਟ ਕਹਿੰਦੇ ਸਾਨੂੰ ਕੁਝ ਵੀ ਮਨਜ਼ੂਰ ਨਹੀਂ ਹੋਊਗਾ। ਮੋਰਚੇ ਦੇ ਵੱਲੋਂ ਲਗਾਤਾਰ ਰੋਜ਼ਾਨਾ ਸਰਕਾਰ ਤੇ ਪ੍ਰਸ਼ਾਸਨ ਦਾ ਵਿਰੋਧ ਜਾਰੀ ਹੈ, ਤੇ ਕੱਲ ਸ਼ਾਮ ਨੂੰ ਸੂਬਾ ਸਰਕਾਰ ਤੇ ਇੰਪਰੂਵਮੈਂਟ ਟਰੱਸਟ ਦਾ ਪੁਤਲਾ ਫੂਕ ਕੇ ਫਿਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਉਧਰ ਜ਼ੀਰਾ ਦਾ ਸਾਂਝਾ ਮੋਰਚਾ ਵੀ ਲਗਾਤਾਰ ਜਾਰੀ ਹੈ। ਹਾਲਾਂਕਿ ਮੋਰਚੇ ਨੇ ਸਰਕਾਰ ਦਾ ਧੰਨਵਾਦ ਕੀਤਾ ਹੈ ਮੰਗਾਂ ਮੰਨੇ ਜਾਣ ਤੇ, ਪਰ ਲਿਖਤੀ ਰੂਪ 'ਚ ਚਾਹੁੰਦੇ ਨੇ ਤੇ ਕੁਝ ਹੋਰ ਵੀ ਮੰਗਾਂ ਨੇ ਜਿਹੜੀਆਂ ਪੂਰੀਆਂ ਹੋਣ ਦੀ ਉਡੀਕ ਕਰ ਰਹੇ ਨੇ। ਤੇ ਅੱਜ ਮੋਰਚੇ ਦੇ ਵਿੱਚ ਸਵੇਰੇ 11 ਵਜੇ ਬੈਠਕ ਬੁਲਾਈ ਗਈ ਹੈ। ਅੱਜ ਦੀ ਮੀਟਿੰਗ ਤੋਂ ਬਾਅਦ ਆਖਰੀ ਫੈਸਲਾ ਲਿਆ ਜਾਵੇਗਾ ਕਿ ਕੀ ਕਰਨਾ ਹੈ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵੀ ਕੱਲ੍ਹ ਮੋਰਚੇ ਦੇ ਵਿੱਚ ਸੰਘਰਸ਼ੀ ਲੋਕਾਂ ਨੂੰ ਵਧਾਈਆਂ ਦੇਣ ਪਹੁੰਚੇ ਤੇ ਉਹਨਾਂ ਨੇ ਕਿਹਾ ਕਿ ਬੇਸ਼ੱਕ ਆਪਣੀ ਜਿੱਤ ਹੋਈ ਹੈ ਪਰ ਇਸ ਜਿੱਤ ਨੂੰ ਅਧੂਰਾ ਸਮਝਿਆ ਜਾਵੇ। ਜਿੰਨਾ ਚਿਰ ਪੰਜਾਬ ਸਰਕਾਰ ਲਿਖਤੀ ਤੌਰ ਤੇ ਮੋਰਚੇ ਦੇ ਆਗੂਆਂ ਨੂੰ ਭਰੋਸਾ ਨਹੀਂ ਦਿੰਦੀ ਉਦੋਂ ਤੱਕ ਮੋਰਚਾ ਜਾਰੀ ਰੱਖਿਆ ਜਾਵੇ। ਉਧਰ ਪੰਜਾਬ ਸਰਕਾਰ ਨੇ ਜਿਸ ਤਰੀਕੇ ਦੇ ਨਾਲ ਇਹ ਫੈਸਲਾ ਲਿਆ ਹੈ ਜ਼ੀਰਾ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦਾ, ਉਸ ਤੋਂ ਬਾਅਦ ਇਹ ਸਵਾਲ ਵੱਡੇ ਪੱਧਰ ਤੇ ਉੱਠ ਰਿਹਾ ਹੈ ਕਿ ਕੀ ਪੰਜਾਬ ਸਰਕਾਰ ਨੇ ਫੈਕਟਰੀ ਬੰਦ ਕਰਨ ਤੋਂ ਪਹਿਲਾਂ ਹਰ ਪੱਖ ਤੋਂ ਕਾਨੂੰਨੀ ਘੇਰਾਬੰਦੀ ਕੀਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਜਿਸ ਭਰੋਸੇ ਤੇ ਦਾਅਵੇ ਦੇ ਨਾਲ ਜ਼ੀਰਾ ਸ਼ਰਾਬ ਫੈਕਟਰੀ ਬੰਦ ਕਰਨ ਦਾ ਐਲਾਨ ਕੀਤਾ, ਉਸ ਤੋਂ ਜਾਪਦਾ ਹੈ ਕਿ ਮੁੱਖ ਮੰਤਰੀ ਦਫ਼ਤਰ ਕੋਲ ਜ਼ਰੂਰ ਕਾਨੂੰਨੀ ਆਧਾਰ ਮੌਜੂਦ ਹੋਵੇਗਾ। ਇਹ ਚਰਚਾ ਤਾਂ ਛਿੜੀ ਹੋਈ ਹੈ ਕਿਉਂਕਿ ਹਾਲੇ ਵੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇਹ ਕੇਸ ਪੈਂਡਿੰਗ ਪਿਆ ਹੈ। ਅਦਾਲਤ ਦੇ ਹੁਕਮਾਂ ਤੇ ਪੰਜਾਬ ਸਰਕਾਰ 20 ਕਰੋੜ ਦਾ ਹਰਜਾਨਾ ਵੀ ਕੰਪਨੀ ਨੂੰ ਤਾਰ ਚੁੱਕੀ ਹੈ। ਪਰ ਸੂਤਰ ਦੱਸਦੇ ਨੇ ਕਿ ਮੁੱਖ ਮੰਤਰੀ ਦਫ਼ਤਰ ਨੇ ਮੁੱਖ ਮੰਤਰੀ ਦੇ ਐਲਾਨ ਤੋਂ ਪਹਿਲਾਂ ਸਰਕਾਰ ਦਾ ਕਾਨੂੰਨੀ ਪੱਖ ਮਜ਼ਬੂਤ ਕਰਨ ਤੇ ਕਾਫੀ ਕੰਮ ਕੀਤਾ ਹੈ। ਜਿਹੜੀਆਂ 4 ਕਮੇਟੀਆਂ ਬਣਾਈਆਂ ਗਈਆਂ ਸੀ ਉਹਨਾਂ ਨੇ ਮਿੱਟੀ ਪਾਣੀ ਦੇ ਲਈ ਨਮੂਨਿਆਂ ਦੇ ਨਤੀਜਿਆਂ ਦੀ ਭਿਣਕ ਪੈਣ ਤੋਂ ਬਾਅਦ ਹੀ ਸਰਕਾਰ ਨੇ ਫੈਸਲਾ ਲੈ ਲਿਆ ਸੀ ਕਿ ਫੈਕਟਰੀ ਬੰਦ ਕਰਨੀ ਹੀ ਪਊਗੀ ਤੇ ਕਰਨੀ ਚਾਹੀਦੀ ਹੈ ਤੇ ਮੁੱਖ ਮੰਤਰੀ ਦੀ ਪੈਂਠ ਇਸ ਮਾਮਲੇ 'ਚ ਉਦੋਂ ਹੀ ਕਾਇਮ ਹੋਊਗੀ ਜੇ ਸ਼ਰਾਬ ਫੈਕਟਰੀ ਦਾ ਪੱਖ ਅਦਾਲਤ ਦੇ ਵਿੱਚ ਫਿੱਕਾ ਪਊਗਾ, ਕਿਉਂਕਿ ਅਦਾਲਤ ਦੇ ਵਿੱਚ ਆਉਂਦੇ ਦਿਨਾਂ ਦੇ ਵਿੱਚ ਸੁਣਵਾਈ ਹੋਣੀ ਹੈ। ਦੇਖਣਾ ਹੋਊਗਾ ਕਿ ਜ਼ੀਰਾ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦੇ ਫੈਸਲੇ ਤੇ ਸਰਕਾਰ ਅਦਾਲਤ 'ਚੋਂ ਕਿਵੇਂ ਜਿੱਤ ਹਾਸਲ ਕਰਦੀ ਹੈ। ਇਸ ਸੰਬੰਧੀ 2 ਗੱਲਾਂ ਚਰਚਾ ਦੇ ਵਿੱਚ ਨੇ। ਪਹਿਲੀ ਇਹ ਕਿ ਕੀ ਫੈਕਟਰੀ ਮਾਲਕ ਅਦਾਲਤ ਵਿੱਚ ਚਾਰਾਜੋਈ ਕਰਨਗੇ। ਦੂਸਰੀ ਇਹ ਵੀ ਗੱਲ ਚੱਲ ਰਹੀ ਹੈ ਕਿ ਪੰਜਾਬ ਸਰਕਾਰ ਨੇ ਫੈਕਟਰੀ ਮਾਲਕ ਨੂੰ ਭਰੋਸੇ ਵਿੱਚ ਲੈ ਕੇ ਹੀ ਇਹ ਕਦਮ ਚੁੱਕਿਆ ਹੋ ਸਕਦਾ ਹੈ। ਹਾਲਾਂਕਿ ਮੁੱਖ ਮੰਤਰੀ ਦੇ ਐਲਾਨ ਤੋਂ ਬਾਅਦ ਫੈਕਟਰੀ ਦੇ ਵਕੀਲ ਸਾਹਮਣੇ ਆਏ ਸੀ। ਉਹਨਾਂ ਨੇ ਕਿਹਾ ਸੀ ਕਿ ਸਾਨੂੰ ਕੋਈ ਵੀ ਸੂਚਨਾ ਤੇ ਚੇਤਾਵਨੀ ਜਾਂ ਅਲਟੀਮੇਟਮ ਦਿੱਤੇ ਬਿਨਾਂ ਸਰਕਾਰ ਨੇ ਕਦਮ ਚੁੱਕਿਆ, ਜਿਹੜਾ ਕਿ ਨਹੀਂ ਹੋਣਾ ਚਾਹੀਦਾ, ਗਲਤ ਹੈ। ਪੰਜਾਬ ਦੇ ਵਿੱਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਅੱਜ ਆਖਰੀ ਦਿਨ ਹੈ। ਕੱਲ ਭਾਵੇਂ ਯਾਤਰਾ ਹਿਮਾਚਲ ਦੇ ਵਿੱਚ ਪਹੁੰਚੀ 1 ਦਿਨ ਦੇ ਲਈ, ਪਰ ਅੱਜ ਫਿਰ ਪੰਜਾਬ ਦੇ ਵਿੱਚ ਯਾਤਰਾ ਚੱਲੇਗੀ। ਅੱਜ ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਵੀ ਪੰਜਾਬ ਆਉਣਗੇ ਅਤੇ ਪਠਾਨਕੋਟ ਦੇ ਵਿੱਚ ਕਾਂਗਰਸ ਦੀ ਰੈਲੀ ਨੂੰ ਸੰਬੋਧਨ ਕਰਨਗੇ। ਇਸ ਮੌਕੇ ਰਾਹੁਲ ਗਾਂਧੀ ਵੀ ਮੌਜੂਦ ਹੋਣਗੇ ਅਤੇ ਪੰਜਾਬ ਦੀ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਵੀ ਮੌਜੂਦ ਰਹੇਗੀ। ਕੱਲ ਪੰਜਾਬ ਵਿਜੀਲੈਂਸ ਦੀ ਟੀਮ ਨੇ ਪਟਿਆਲਾ ਦੇ ਵਿੱਚ ਘਨੌਰ ਤੋਂ ਸਾਬਕਾ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਘਰੇ ਛਾਪਾ ਮਾਰਿਆ। ਵਿਜੀਲੈਂਸ ਦੀ 10 ਮੈਂਬਰੀ ਟੀਮ ਸਵੇਰੇ 9 ਵਜੇ ਹੀ ਉਹਨਾਂ ਦੇ ਰਾਜਪੁਰਾ ਰੋਡ ਤੇ ਪਿੰਡ ਜਲਾਲਪੁਰ ਸਥਿਤ ਘਰ 'ਚ ਪਹੁੰਚੀ। ਜਲਾਲਪੁਰ ਕਹਿੰਦੇ ਖੁਦ ਘਰ ਮੌਜੂਦ ਨਹੀਂ ਸਨ। ਪਰਿਵਾਰਕ ਸੂਤਰਾਂ ਦੇ ਮੁਤਾਬਕ ਉਹ ਕੁਝ ਦਿਨਾਂ ਤੋਂ ਰਾਹੁਲ ਗਾਂਧੀ ਦੀ ਅਗਵਾਈ ਹੇਠਲੀ ਭਾਰਤ ਜੋੜੋ ਯਾਤਰਾ ਵਿੱਚ ਹਿੱਸਾ ਲੈ ਰਹੇ ਨੇ। ਹਾਲਾਂਕਿ ਜਲਾਲਪੁਰ ਦੇ ਪੁੱਤਰ ਘਰੇ ਹੀ ਮੌਜੂਦ ਸਨ। ਵਿਜੀਲੈਂਸ ਟੀਮ ਨੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਕੁਝ ਨਹੀਂ ਆਖਿਆ, ਪਰ ਪਿੰਡ ਵਾਲੀ ਕੋਠੀ ਦੀ ਪੈਮਾਇਸ਼ ਕੀਤੀ ਗਈ। ਵਿਜੀਲੈਂਸ ਨੇ ਮੀਡੀਆ ਤੋਂ ਵੀ ਦੂਰੀ ਬਣਾ ਕੇ ਰੱਖੀ। ਪਤਾ ਲੱਗਿਆ ਕਿ ਜਲਾਲਪੁਰ ਦੇ ਵਿਰੁੱਧ ਵੀ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਇਲਜ਼ਾਮ ਲੱਗੇ ਨੇ, ਜਿਸ ਦੇ ਚੱਲਦਿਆਂ ਇਹ ਕਾਰਵਾਈ ਕੀਤੀ ਗਈ। ਕੋਠੀ ਦੀ ਪੈਮਾਇਸ਼ ਕੀਤੀ ਗਈ ਹੈ, ਉਸ ਦੇ ਹਿਸਾਬ ਨਾਲ ਕੋਠੀਆਂ ਦੇ ਕਿਤੇ ਖਰਚ ਦਾ ਅੰਦਾਜ਼ਾ ਲਾਇਆ ਜਾਊਗਾ। ਫਿਰ ਸਾਬਕਾ ਵਿਧਾਇਕ ਤੋਂ ਵੀ ਪੁੱਛ ਪੜਤਾਲ ਕੀਤੇ ਜਾਣ ਦੀ ਸੂਹ ਮਿਲੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੱਲ ਆਪਣੇ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਤੇਲੰਗਾਨਾ ਪਹੁੰਚੇ ਅਤੇ ਸਰਕਾਰ ਦੇ ਵੱਲੋਂ ਕਰਵਾਏ ਸਮਾਗਮ ਦੇ ਵਿੱਚ ਹਿੱਸਾ ਲਿਆ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਤੇਲੰਗਾਨਾ ਦੇ ਆਦੀਵਾਸੀ ਖਿੱਤੇ ਦੇ ਵਿੱਚ ਜਿਹੜਾ ਜਨਤਕ ਪ੍ਰੋਗਰਾਮ ਕਰਵਾਇਆ। ਕਿਹਾ ਕਿ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਰਾਜਪਾਲ ਸੂਬਾ ਸਰਕਾਰਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਨੇ। ਉਹਨਾਂ ਕੇਂਦਰ ਤੇ ਦੋਸ਼ ਲਾਇਆ ਕਿ ਉਹ ਰਾਜਪਾਲਾਂ ਨੂੰ ਸਰਕਾਰਾਂ ਨੂੰ ਤੰਗ ਪਰੇਸ਼ਾਨ ਕਰਨ ਲਈ ਕਹਿ ਰਹੇ ਨੇ, ਉਹ ਵੀ ਖਾਸ ਕਰਕੇ ਉਹਨਾਂ ਸਰਕਾਰਾਂ ਨੂੰ ਜਿੱਥੇ ਬੀਜੇਪੀ ਦੀ ਸਰਕਾਰ ਨਹੀਂ ਹੈ। ਪੰਜਾਬ ਦੀ ਤਾਂ ਉਹਨਾਂ ਨੇ ਕੋਈ ਗੱਲ ਭਾਵੇਂ ਨਹੀਂ ਕੀਤੀ, ਪਰ ਦਿੱਲੀ ਦੀ ਗੱਲ ਕੀਤੀ ਕਿ ਦਿੱਲੀ ਸਰਕਾਰ ਆਪਣੇ ਅਧਿਆਪਕਾਂ ਨੂੰ ਫਿਨਲੈਂਡ ਭੇਜਣਾ ਚਾਹੁੰਦੀ ਹੈ, ਪਰ ਦਿੱਲੀ ਦੇ ਵਿੱਚ ਐਲਜੀ ਇਸ ਦੀ ਪ੍ਰਵਾਨਗੀ ਨਹੀਂ ਦੇ ਰਹੇ। ਹਾਲਾਂਕਿ ਪਿਛਲੇ ਸਮੇਂ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦਰਮਿਆਨ ਕਈ ਵਾਰੀ ਖਿੱਚੋਤਾਣ ਦੇਖਣ ਨੂੰ ਮਿਲੀ ਹੈ। ਇਸ ਮੌਕੇ ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਪੰਜਾਬ ਦੇ ਵਿੱਚ ਤੇਲੰਗਾਨਾ ਦੀ ਤਰਜ਼ ਤੇ ਅੱਖਾਂ ਦਾ ਚੈੱਕਅਪ ਪ੍ਰੋਗਰਾਮ ਵੱਡੇ ਪੱਧਰ ਤੇ ਸ਼ੁਰੂ ਹੋਵੇਗਾ। ਹੁਣ ਪੰਜਾਬ ਦੇ ਸਿਹਤ ਵਿਭਾਗ ਦੇ ਵਿੱਚ ਵੀ ਪੈਸਿਆਂ ਵੱਟੇ ਬਦਲੀਆਂ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਸਿਹਤ ਵਰਕਰਾਂ ਦੇ ਵੱਲੋਂ ਆਪਣੇ ਘਰਾਂ ਨੇੜਲੇ ਸਟੇਸ਼ਨਾਂ ਤੇ ਬਦਲੀਆਂ ਅਤੇ ਡੈਪੂਟੇਸ਼ਨ ਤੇ ਤੈਨਾਤੀ ਲਈ ਸਿਹਤ ਵਿਭਾਗ ਕਰਤਾਰਪੁਰ ਦੇ ਸਿਹਤ ਡਾਇਰੈਕਟਰ ਨੂੰ ਕਥਿਤ ਤੌਰ ਤੇ ਮੋਟੀ ਰਿਸ਼ਵਤ ਦਿੱਤੇ ਜਾਂਦੀ ਹੈ। ਕੁਝ ਆਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਨੇ, ਜਿਸ ਤੋਂ ਬਾਅਦ ਇਹ ਮਾਮਲਾ ਉਜਾਗਰ ਹੋਇਆ ਤੇ ਸਿਹਤ ਵਿਭਾਗ ਦੇ ਡਾਇਰੈਕਟਰ ਸਿੱਧੇ ਤੌਰ ਤੇ ਰਿਸ਼ਵਤ ਮਾਮਲੇ ਦੇ ਵਿੱਚ ਘਿਰਦੇ ਜਾਪ ਰਹੇ ਨੇ, ਜਦਕਿ ਡਾਇਰੈਕਟਰ ਸਿਹਤ ਵਿਭਾਗ ਨੇ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਮੁੱਢੋਂ ਨਕਾਰ ਦਿੱਤਾ ਹੈ। ਜਾਣਕਾਰੀ ਮੁਤਾਬਕ ਬਦਲੀਆਂ ਲੈਣ ਵਾਲੇ ਸਾਰੇ 8 ਮੁਲਾਜ਼ਮ ਕਰਤਾਰਪੁਰ ਤੋਂ ਰਿਲੀਵ ਹੋ ਕੇ ਸੰਬੰਧਿਤ ਥਾਵਾਂ ਤੇ ਜੁਆਇਨ ਕਰ ਚੁੱਕੇ ਨੇ ਤੇ ਆਡੀਓਜ਼ ਪਿਛਲੇ ਸਾਲ ਦਸੰਬਰ ਮਹੀਨੇ ਦੌਰਾਨ ਬਦਲੀ ਦੇ ਆਰਡਰ ਹੋਣ ਤੋਂ ਬਾਅਦ ਰਿਲੀਵ ਹੋਣ ਸਮੇਂ ਦੀਆਂ ਨੇ। ਕਰੀਬ 8 ਆਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ, ਜਿਨ੍ਹਾਂ ਦੇ ਵਿੱਚ ਕਰਤਾਰਪੁਰ ਦੇ ਐਸਐਮਓ ਡਾਕਟਰ ਜਸਵਿੰਦਰ ਸਿੰਘ ਅਤੇ ਬਦਲੀਆਂ ਤੇ ਡੈਪੂਟੇਸ਼ਨ ਕਰਾਉਣ ਵਾਲਿਆਂ ਦਰਮਿਆਨ ਲਗਭਗ ਗੱਲਬਾਤ ਦੌਰਾਨ ਸਿਹਤ ਵਿਭਾਗ ਦੇ ਡਾਇਰੈਕਟਰ ਵੱਲੋਂ ਕਥਿਤ ਸਿੱਧੇ ਤੇ ਅਸਿੱਧੇ ਤੌਰ ਤੇ 1 ਤੋਂ 1.5 ਲੱਖ ਲੈ ਕੇ ਬਦਲੀਆਂ ਕੀਤੇ ਜਾਣ ਦੀ ਗੱਲ ਆਖੀ ਗਈ ਹੈ।
ਉਧਰ ਸਿਹਤ ਵਿਭਾਗ ਦੇ ਡਾਇਰੈਕਟਰ ਡਾਕਟਰ ਰਣਜੀਤ ਸਿੰਘ ਘੋਤੜਾ ਨੇ ਕਿਹਾ ਕਿ ਆਡੀਓਜ਼ ਦੇ ਨਾਲ ਛੇੜਛਾੜ ਕੀਤੀ ਗਈ ਹੈ। ਮੇਰੇ ਤੇ ਲੱਗੇ ਕਹਿੰਦੇ ਸਾਰੇ ਇਲਜ਼ਾਮ ਬੇਬੁਨਿਆਦ ਨੇ। ਜਦਕਿ ਕਰਤਾਰਪੁਰ ਦੇ ਸਿਹਤ ਵਿਭਾਗ ਦੇ ਵਿੱਚ ਤੈਨਾਤ ਡਾਕਟਰ ਜਸਵਿੰਦਰ ਸਿੰਘ ਨੇ ਇਹਨਾਂ ਆਡੀਓਜ਼ ਦੇ ਅਸਲੀ ਹੋਣ ਦਾ ਦਾਅਵਾ ਕੀਤਾ ਹੈ। ਹੁਣ ਦੇਖਣਾ ਹੋਏਗਾ ਕਿ ਸਿਹਤ ਵਿਭਾਗ ਦੇ ਵਿੱਚ ਜਿਹੜਾ ਇਹ ਪੈਸਿਆਂ ਵੱਟੇ ਬਦਲੀਆਂ ਦਾ ਮਾਮਲਾ ਉਜਾਗਰ ਹੋਇਆ ਹੈ, ਇਸ ਨੂੰ ਸਰਕਾਰ ਕਿੰਨੀ ਕੁ ਗੰਭੀਰਤਾ ਦੇ ਨਾਲ ਲੈਂਦੀ ਹੈ, ਸਿਹਤ ਵਿਭਾਗ ਕਿਸ ਤਰੀਕੇ ਦੀ ਜਾਂਚ ਕਰਕੇ ਕਾਰਵਾਈ ਕਰਦਾ ਹੈ। ਖੰਨਾ ਪੁਲਿਸ ਨੇ ਗੈਂਗਸਟਰ ਅੰਮ੍ਰਿਤਪਾਲ ਤੇ ਜੱਗੂ ਭਗਵਾਨਪੁਰੀਆ ਦੇ ਗੈਂਗ ਨਾਲ ਸੰਬੰਧਿਤ 13 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਨੇ ਪੰਜਾਬ, ਰਾਜਸਥਾਨ ਅਤੇ ਹਰਿਆਣਾ ਦੇ ਵਿੱਚ ਟਾਰਗੇਟ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ। ਆਈਜੀ ਕੌਸਤਬ ਸ਼ਰਮਾ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਕਿ ਮੁਲਜ਼ਮਾਂ ਦੀ ਪਛਾਣ ਮਹਿੰਦਰ ਵਰਮਾ, ਡੀਕੇ ਤੇ ਰਮੇਸ਼ ਚੌਹਾਨ ਵਜੋਂ ਹੋਈ ਹੈ। ਇਹਨਾਂ ਕੋਲੋਂ ਪੁਲਿਸ ਨੇ 2 ਪਿਸਤੌਲਾਂ ਸਮੇਤ 10 ਕਾਰਤੂਸ ਵੀ ਬਰਾਮਦ ਕੀਤੇ ਨੇ। ਇਹਨਾਂ ਨੇ ਹੀ ਪੁੱਛ ਪੜਤਾਲ ਵਿੱਚ ਖੁਲਾਸਾ ਕੀਤਾ ਕਿ ਉਹ ਅੰਮ੍ਰਿਤਪਾਲ ਗੈਂਗਸਟਰ ਦੇ ਅਤੇ ਜੱਗੂ ਭਗਵਾਨਪੁਰੀਆ ਦੇ ਗੈਂਗ ਦੇ ਮੈਂਬਰ ਨੇ। ਲਾਲੜੂ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ। ਅੰਬਾਲਾ ਚੰਡੀਗੜ੍ਹ ਮੁੱਖ ਮਾਰਗ ਤੇ ਸਥਿਤ ਟੀਸੀ ਸਪਿਨਰਸ ਫੈਕਟਰੀ ਦੇ ਅੰਦਰ ਪ੍ਰਾਈਵੇਟ ਦੁਕਾਨ 'ਚ ਰੱਖੇ ਫ੍ਰਿਜ ਦਾ ਕੰਪਰੈਸਰ ਫਟਣ ਕਾਰਨ ਧਮਾਕਾ ਹੋ ਗਿਆ ਤੇ ਨੇੜੇ ਖੇਡ ਰਹੇ 4 ਬੱਚੇ, 2 ਔਰਤਾਂ ਸਣੇ 8 ਜਣੇ ਗੰਭੀਰ ਜ਼ਖਮੀ ਹੋ ਗਏ। ਇਹ ਸਾਰੇ ਪੀਜੀਆਈ ਚੰਡੀਗੜ੍ਹ ਤੇ ਸਿਵਲ ਹਸਪਤਾਲ ਅੰਬਾਲਾ ਦੇ ਵਿੱਚ ਦਾਖਲ ਨੇ। ਧਮਾਕੇ ਕਾਰਨ ਫ੍ਰਿਜ ਦੇ ਵੀ ਟੁਕੜੇ ਹੋ ਗਏ, ਦੁਕਾਨ ਦਾ ਵੀ ਕਾਫੀ ਨੁਕਸਾਨ ਹੋ ਗਿਆ, ਕੰਧ ਢਹਿ ਗਈ, ਦਰਵਾਜ਼ਾ ਟੁੱਟ ਗਿਆ। ਫੈਕਟਰੀ ਦੇ ਵਿੱਚ ਕੁਲਵੰਤ ਸਿੰਘ ਨਾਮ ਦੇ ਵਿਅਕਤੀ ਨੇ ਕਰਿਆਨੇ ਦੀ ਦੁਕਾਨ ਖੋਲੀ ਹੋਈ ਹੈ। ਦੁੱਧ ਤੇ ਸਬਜ਼ੀਆਂ ਰੱਖਣ ਲਈ ਵੱਡਾ ਫ੍ਰਿਜ ਰੱਖਿਆ ਹੋਇਆ ਸੀ, ਪਰ ਲੰਘੀ ਦੇਰ ਸ਼ਾਮ ਫ੍ਰਿਜ ਦਾ ਕੰਪਰੈਸਰ ਟੁੱਟਣ ਕਰਕੇ ਦਰਦਨਾਕ ਹਾਦਸਾ ਵਾਪਰ ਗਿਆ। ਪੁਲਿਸ ਨੇ ਜ਼ਖਮੀਆਂ ਦੇ ਬਿਆਨ ਕਲਮਬੱਧ ਕਰ ਲਏ ਨੇ। ਭਾਰਤ ਦੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ, ਵੱਡਾ ਬਿਆਨ ਦਿੱਤਾ ਕਿ ਪੰਜਾਬ ਦੇ ਵਿੱਚ ਆਨੰਦ ਕਾਰਜ ਐਕਟ ਲਾਗੂ ਨਹੀਂ ਹੈ। ਕਮਿਸ਼ਨ ਨੇ ਸਾਰੀਆਂ ਸੂਬਾ ਸਰਕਾਰਾਂ ਨੂੰ ਚਿੱਠੀ ਲਿਖ ਕੇ ਆਨੰਦ ਮੈਰਿਜ ਐਕਟ ਲਾਗੂ ਕਰਨ ਦੇ ਲਈ ਕਿਹਾ ਹੈ। ਸਾਰੀਆਂ ਸੂਬਾ ਸਰਕਾਰਾਂ ਨੂੰ ਕਿਹਾ ਗਿਆ ਕਿ ਉਹ ਐਕਟ ਤਹਿਤ ਸਿੱਖਾਂ ਦੇ ਲਈ ਵਿਆਹ ਰਜਿਸਟ੍ਰੇਸ਼ਨ ਦੇ ਨਿਯਮ ਤੈਅ ਕਰਨ। ਲਾਲਪੁਰਾ ਨੇ ਕਿਹਾ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਆਨੰਦ ਮੈਰਿਜ ਐਕਟ ਲਾਗੂ ਨਾ ਹੋਣ ਦੀਆਂ ਸ਼ਿਕਾਇਤਾਂ ਮਿਲੀਆਂ ਨੇ, ਜਿਸ ਕਰਕੇ ਸਿੱਖਾਂ ਨੂੰ ਆਪਣੇ ਵਿਆਹ ਰਜਿਸਟਰ ਕਰਾਉਣ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਐਕਟ 1909 'ਚ ਪਾਸ ਹੋਇਆ ਸੀ, ਪਰ ਕੋਈ ਵੀ ਨਿਯਮ ਲਾਗੂ ਨਹੀਂ ਕੀਤਾ ਗਿਆ। 2012 'ਚ ਇਸ 'ਚ ਕਾਰਜ ਸ਼ਬਦ ਜੋੜ ਕੇ ਸੋਧ ਕੀਤੀ ਗਈ ਹੈ। ਉਹਨਾਂ ਹੈਰਾਨੀ ਜਤਾਈ ਕਿ ਕਈ ਹੋਰ ਸੂਬਿਆਂ ਦੇ ਨਾਲ ਪੰਜਾਬ ਦੇ ਵਿੱਚ ਵੀ ਸਰਕਾਰ ਨੇ ਇਸ ਐਕਟ ਨੂੰ ਲਾਗੂ ਨਹੀਂ ਕੀਤਾ, ਕਦੇ ਵੀ ਨੇਮ ਨਹੀਂ ਬਣਾਏ। ਲਾਲਪੁਰਾ ਨੇ ਦੱਸਿਆ ਕਿ ਕੇਰਲਾ, ਦਿੱਲੀ ਤੇ ਮੱਧ ਪ੍ਰਦੇਸ਼ ਦੀਆਂ ਸਰਕਾਰਾਂ ਨੇ ਆਨੰਦ ਮੈਰਿਜ ਐਕਟ ਲਾਗੂ ਕਰਨ ਲਈ ਨੋਟੀਫਿਕੇਸ਼ਨ ਤੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਕੁਝ ਹੋਰ ਖਬਰਾਂ ਵਿਸਤਾਰ ਦੇ ਨਾਲ। ਬੁੱਧਵਾਰ 18 ਜਨਵਰੀ ਨੂੰ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਡੀ ਸਰਗਰਮੀ ਹੋਈ ਹੈ, ਜਦੋਂ ਬਾਦਲ ਪਰਿਵਾਰ ਦੇ ਮੈਂਬਰ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਨੂੰ ਛੱਡ ਕੇ, ਕਾਂਗਰਸ ਤੋਂ ਅਸਤੀਫਾ ਦੇ ਕੇ ਬੀਜੇਪੀ ਦੇ ਹੋ ਗਏ ਨੇ। ਮਨਪ੍ਰੀਤ ਸਿੰਘ ਬਾਦਲ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਨੇ ਤੇ ਬੀਜੇਪੀ ਦੇ ਵਿੱਚ ਸ਼ਾਮਿਲ ਹੋਣ ਦੇ ਨਾਲ ਉਹਨਾਂ ਨੇ ਆਪਣੇ ਸਿਆਸੀ ਕੈਰੀਅਰ ਦੀ ਚੌਥੀ ਪਾਰਟੀ ਬਦਲ ਲਈ ਹੈ। ਬਾਦਲ ਕੇਂਦਰੀ ਮੰਤਰੀ ਪਿਊਸ਼ ਗੋਇਲ, ਬੀਜੇਪੀ ਦੇ ਜਨਰਲ ਸਕੱਤਰ ਤਰਨ ਚੁੱਗ ਅਤੇ ਪਾਰਟੀ ਦੇ ਕੌਮੀ ਮੀਡੀਆ ਇੰਚਾਰਜ ਅਨਿਲ ਬਲੂਨੀ ਦੀ ਮੌਜੂਦਗੀ ਦੇ ਵਿੱਚ ਬੀਜੇਪੀ 'ਚ ਸ਼ਾਮਿਲ ਹੋਏ। ਪਤਾ ਲੱਗਿਆ ਕਿ ਬਾਦਲ ਦੇ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਚੰਗੇ ਸੰਬੰਧ ਨਹੀਂ ਸਨ। ਬਾਦਲ ਨੇ ਬੀਜੇਪੀ ਦੇ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਕਿਹਾ ਕਿ ਕੋਈ ਅਜਿਹੀ ਕਿਸੇ ਪਾਰਟੀ 'ਚ ਕਿਵੇਂ ਕੰਮ ਕਰ ਸਕਦਾ ਹੈ ਜਿਸ ਦੇ ਅੰਦਰ ਅੰਦਰੂਨੀ ਕਲੇਸ਼ ਹੋਵੇ। ਸੋ ਇੱਥੇ ਸਵਾਲ ਤਾਂ ਇਹ ਜ਼ਰੂਰ ਉੱਠਦਾ ਹੈ ਕਿ ਅੰਦਰੂਨੀ ਕਲੇਸ਼ ਕੀ ਕਾਂਗਰਸ ਦੇ ਵਿੱਚ ਹੋਣ ਪਿਆ। ਇਸ ਤੋਂ ਵੱਧ ਕਲੇਸ਼, ਕਿਤੇ ਵੱਧ ਕਲੇਸ਼ ਤਾਂ ਉਦੋਂ ਸੀ ਜਦੋਂ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਹੁੰਦੀ ਸੀ। ਇੱਕ ਵੱਡੀ ਇੱਥੇ ਨੋਟ ਕਰਨ ਵਾਲੀ ਗੱਲ ਇਹ ਵੀ ਦੇਖਣ ਨੂੰ ਮਿਲੀ ਹੈ ਕਿ ਜਦੋਂ ਮਨਪ੍ਰੀਤ ਬਾਦਲ ਬੀਜੇਪੀ ਦੇ ਵਿੱਚ ਸ਼ਾਮਿਲ ਹੋਏ ਨੇ ਤਾਂ ਨਾ ਹੀ ਤਾਂ ਬੀਜੇਪੀ ਦਾ ਕੋਈ ਵੱਡਾ ਕੌਮੀ ਲੀਡਰ ਜੇਪੀ ਨੱਡਾ ਜਾਂ ਅਮਿਤ ਸ਼ਾਹ ਇੱਥੇ ਮੌਜੂਦ ਸਨ, ਤੇ ਉਸ ਤੋਂ ਵੀ ਵੱਡੀ ਜਿਹੜੀ ਗੱਲ ਹੈ ਉਹ ਇਹ ਹੈ ਕਿ ਪੰਜਾਬ ਤੋਂ ਬੀਜੇਪੀ ਦਾ ਕੋਈ ਵੱਡਾ ਲੀਡਰ ਵੀ ਹਾਜ਼ਰ ਨਹੀਂ ਸੀ, ਸਿਰਫ ਤਰਨ ਚੁੱਗ ਤੋਂ ਇਲਾਵਾ। ਨਾ ਪੰਜਾਬ ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਨਾ ਕੈਪਟਨ ਅਮਰਿੰਦਰ ਸਿੰਘ, ਨਾ ਸੁਨੀਲ ਜਾਖੜ ਜਿਹੜੇ ਕਿ ਪੁਰਾਣੇ ਕਾਂਗਰਸੀ ਨੇ, ਹਾਲਾਂਕਿ ਹੁਣ ਇਹ ਵੀ ਬੀਜੇਪੀ ਦੇ ਹੋ ਗਏ ਨੇ, ਕੋਈ ਵੀ ਮੌਜੂਦ ਨਹੀਂ ਸੀ। ਇਸ ਦੇ ਪਿੱਛੇ ਕੀ ਕੁਝ ਕਾਰਨ ਹੋ ਸਕਦੇ ਨੇ, ਅਸੀਂ ਇੱਕ ਵੱਖਰੀ ਰਿਪੋਰਟ ਹੈ ਜਿਹੜੀ ਉਹ ਖਾਲਸ ਟੀਵੀ ਤੇ ਤੁਹਾਨੂੰ ਦਿਖਾਈ ਹੈ, ਉਹਦੇ ਵਿੱਚ ਤੁਸੀਂ ਜ਼ਰੂਰ ਦੇਖ ਸਕਦੇ ਹੋ। ਸੋ ਦਿੱਲੀ ਦੇ ਵਿੱਚ ਭਾਜਪਾ ਦਫ਼ਤਰ ਦੇ ਵਿੱਚ ਪਾਰਟੀ ਨਾਲ ਜੁੜਨ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਮਨਪ੍ਰੀਤ ਬਾਦਲ ਨੇ ਕਿਹਾ ਕਿ ਧੜੇ ਬਣੇ ਹੋਏ ਨੇ ਕਾਂਗਰਸ ਦੇ ਅੰਦਰ, ਇੱਕ ਦੂਜੇ ਨਾਲ ਹੀ ਸਾਰੇ ਲੜ ਰਹੇ ਨੇ, ਤੇ ਇਹ ਸਿਰਫ ਪੰਜਾਬ 'ਚ ਨਹੀਂ, ਕਾਂਗਰਸ ਵਾਲੇ ਸਾਰੇ ਸੂਬਿਆਂ ਦਾ ਹਾਲ ਹੈ। ਕਹਿੰਦੇ ਅਸੀਂ ਸਿਆਸਤ ਆਪਣੀ ਕੌਮ ਲਈ ਕਰਾਂਗੇ, ਧੜਿਆਂ ਦੀ ਸਿਆਸਤ ਨਹੀਂ ਕਰਨੀ। ਕਹਿੰਦੇ ਮੈਂ ਬੀਜੇਪੀ ਦਫ਼ਤਰ ਆਇਆ, ਤੁਸੀਂ ਮੈਨੂੰ ਆਪਣੇ ਹੱਥਾਂ ਤੇ ਨਹੀਂ, ਮੈਨੂੰ ਆਪਣੀਆਂ ਅੱਖਾਂ ਤੇ ਬਿਠਾ ਲਿਆ। ਮੈਨੂੰ ਸਿਆਸਤ 'ਚ ਕਹਿੰਦੇ 30 ਸਾਲ ਹੋ ਗਏ ਨੇ, ਪਰ ਬਹੁਤ ਘੱਟ ਮੌਕੇ ਮਿਲੇ ਨੇ ਜਦੋਂ ਕਿਸੇ ਸ਼ੇਰ ਨਾਲ ਮੁਲਾਕਾਤ ਹੋਈ ਹੋਵੇ।
कुछ दिन पहला कहते मेरी दिल्ली ਦੇ ਵਿੱਚ ਇੱਕ ਸ਼ੇਰ ਨਾਲ ਮੁਲਾਕਾਤ ਹੋਈ। ਉਹਨੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਯਾਨੀ ਕਿ ਅਮਿਤ ਸ਼ਾਹ ਨੂੰ ਮਨਪ੍ਰੀਤ ਬਾਦਲ ਹੁਣ ਤਾਜ਼ੇ ਸ਼ੇਰ ਲੱਗਣ ਲੱਗੇ ਨੇ। ਕਹਿੰਦੇ ਉਹਨਾਂ ਦੀ ਗੱਲ ਦਿਲ ਨੂੰ ਛੂ ਗਈ ਕਿ ਅਸੀਂ ਪੰਜਾਬ ਨੂੰ ਆਪਣੇ ਹਾਲ ਤੇ ਨਹੀਂ ਛੱਡਾਂਗੇ, ਇਸ ਨੂੰ ਸਵਾਰਾਂਗੇ, ਇਸ ਨੂੰ ਸਾਂਭਾਂਗੇ। ਕਹਿੰਦੇ ਮੈਂ ਪੰਜਾਬ ਤੇ ਇਸ ਦੇ ਆਉਂਦੇ ਹਾਲ ਦੇ ਲਈ ਫਿਕਰਮੰਦ ਰਹਿੰਦਾ ਹਾਂ। ਪੰਜਾਬ 'ਚ ਹਰ ਦੂਜਾ ਖਾਨਦਾਨ ਪਾਕਿਸਤਾਨ ਤੋਂ ਆ ਕੇ ਪੰਜਾਬ 'ਚ ਵਸਿਆ। ਵੰਡ ਵੇਲੇ ਸਾਡੇ 10 ਲੱਖ ਆਦਮੀ ਕਤਲ ਕੀਤੇ ਗਏ। ਫਿਰ ਜਾ ਕੇ 15 ਅਗਸਤ 1947 ਦਾ ਸੂਰਜ ਚੜ੍ਹਦਾ ਅਸੀਂ ਵੇਖਿਆ ਸੀ। ਪੰਜਾਬ ਦੇ ਲੋਕਾਂ ਨੂੰ ਕਹਿੰਦੇ ਇਸ ਗੱਲ ਦੀ ਸਦਾ ਫਿਕਰ ਰਹਿੰਦੀ ਹੈ ਕਿ ਆਜ਼ਾਦੀ ਦੇ ਵੇਲੇ ਵੇਖੇ ਗਏ ਸੁਪਨੇ ਸੱਚ ਹੋਣੇ ਚਾਹੀਦੇ ਨੇ ਤੇ ਇਹ ਸੁਪਨੇ ਤਾਂ ਹੀ ਸੱਚ ਹੋ ਸਕਦੇ ਨੇ ਜੇ ਦੇਸ਼ ਦੇ ਵਿੱਚ ਅਮਿਤ ਸ਼ਾਹ ਹੈਗੇ ਨੇ। ਕਹਿੰਦੇ ਅਮਿਤ ਸ਼ਾਹ ਨੇ ਕਿਹਾ ਕਿ ਪੰਜਾਬ ਦੇ ਲਈ ਉਹ ਬਹੁਤ ਕੁਝ ਚੰਗਾ ਕਰਨ ਜਾ ਰਹੇ ਨੇ ਤੇ ਇਸੇ ਕਰਕੇ ਕਹਿੰਦੇ ਮੈਂ ਬੀਜੇਪੀ ਦੇ ਵਿੱਚ ਸ਼ਾਮਿਲ ਹੋ ਗਿਆ। पंजाब को अपने हाल पे नहीं छोड़ेंगे, हम पंजाब को संवारेंगे, हम इसको सुधारेंगे और पंजाब का जो वकार है उसको एक बार फिर बहाल करना है। और ये बात जो है ये मुझे छू गई। एंड एज समवन हु रिफ्लेक्ट्स एंक्शियसली इन एवरी डे ऑन द फ्यूचर ऑफ पंजाब, मैं फिक्रमंद रहता हूं पंजाब के हाल पे और पंजाब के आने वाले हाल पे। और ये जो पंजाब की धरती है ये शेरों को जन्म देने वाली धरती है। ये वो धरती है जिसको भगवान ने हरे खेतों और दरियाओं से ऐसे सजाया जैसे मेहंदी से किसी दुल्हन को सजाते हैं। तो फिक्र मुझे इसी बात का रहता है कि इस धरती मां को मुसीबतों ने आके घेर लिया है। वहां गुर्बत है, गरीबी है, रिश्वत है, अनपढ़ता है, नशाखोरी है, वहां पर वतन दुश्मन कार्रवाइयां हैं और इनका कोई ना कोई हल होना चाहिए। कौन ने मनप्रीत बादल भी तुहानू थोड़ा जिहा दस दिंदे आ। पंजाब दे 5 वारी मुख मंत्री रहे प्रकाश सिंह बादल दे बादल ने ਜਿਹੜੇ ਕਿ ਹੁਣ ਅਕਾਲੀ ਦਲ ਦੇ ਸਰਪ੍ਰਸਤ ਵੀ ਨੇ ਉਹਨਾਂ ਦੇ ਭਤੀਜੇ ਨੇ, ਸਕੇ ਭਤੀਜੇ। ਪਹਿਲਾਂ ਅਕਾਲੀ ਦਲ ਦੇ ਵਿੱਚ ਹੀ ਹੁੰਦੇ ਸਨ। ਅਕਾਲੀ ਦਲ ਦੀ ਸਰਕਾਰ ਵੇਲੇ ਵੀ ਇਹ ਕੈਬਨਿਟ ਮੰਤਰੀ ਰਹੇ ਨੇ। ਹਲਕਾ ਗਿੱਦੜਬਾਹਾ ਤੋਂ ਵਿਧਾਇਕ ਹੁੰਦੇ ਸਨ। ਪ੍ਰਕਾਸ਼ ਸਿੰਘ ਬਾਦਲ ਨੇ ਜਦੋਂ ਮਨਪ੍ਰੀਤ ਬਾਦਲ ਨੂੰ ਸਿਆਸਤ ਦੇ ਵਿੱਚ ਲਿਆਂਦਾ ਤਾਂ ਗਿੱਦੜਬਾਹਾ ਹਲਕਾ ਖਾਲੀ ਕਰ ਦਿੱਤਾ ਸੀ ਤੇ ਅਕਾਲੀ ਦਲ ਦੇ ਨਾਮ ਤੇ 4 ਵਾਰੀ ਵਿਧਾਇਕ ਵੀ ਚੁਣੇ ਗਏ। ਅੱਜ 7 ਸਾਲਾਂ ਬਾਅਦ ਕਾਂਗਰਸ ਛੱਡ ਕੇ ਬੀਜੇਪੀ 'ਚ ਸ਼ਾਮਿਲ ਹੋ ਗਏ ਨੇ। 2010 ਦੇ ਵਿੱਚ ਅਕਾਲੀ ਦਲ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਦਾ ਇਲਜ਼ਾਮ ਲਾਇਆ ਸੀ। ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ ਕਰ ਦਿੱਤਾ ਸੀ। ਇਸ ਤੋਂ ਬਾਅਦ 2011 ਦੇ ਵਿੱਚ ਮਨਪ੍ਰੀਤ ਬਾਦਲ ਨੇ ਆਪਣੀ ਨਵੀਂ ਪਾਰਟੀ ਬਣਾਈ, ਪੀਪਲਜ਼ ਪਾਰਟੀ ਆਫ ਪੰਜਾਬ PPP, ਜਿਸ ਨੂੰ ਉਹਨਾਂ ਨੇ 2017 ਦੇ ਵਿੱਚ ਕਾਂਗਰਸ ਦੇ ਵਿੱਚ ਰਲਾ ਦਿੱਤਾ ਸੀ ਤੇ ਕਾਂਗਰਸ 'ਚ ਚਲੇ ਗਏ ਸੀ। ਜਦੋਂ PPP ਬਣਾਈ ਸੀ ਉਦੋਂ ਭਗਵੰਤ ਮਾਨ ਵੀ ਇਹਨਾਂ ਦੇ ਨਾਲ ਮੌਜੂਦ ਹੁੰਦੇ ਸਨ। ਇਹਨਾਂ ਦੋਵਾਂ ਨੇ ਬਣਾਈ ਸੀ ਮਿਲ ਕੇ, ਪਰ ਕਾਮਯਾਬ ਨਹੀਂ ਹੋ ਸਕੇ ਸਨ। ਜਿਹੜੇ ਗਿੱਦੜਬਾਹੇ ਤੋਂ 4 ਵਾਰੀ ਜਿੱਤੇ ਸਨ ਉੱਥੋਂ ਬੁਰੀ ਤਰ੍ਹਾਂ ਨਾਲ ਹਾਰੇ ਸਨ। ਕਾਂਗਰਸ ਦੀ ਟਿਕਟ ਤੋਂ ਹੀ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਬਠਿੰਡਾ ਸ਼ਹਿਰੀ ਤੋਂ ਚੋਣ ਲੜੀ। ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹਰਾ ਕੇ ਜਿੱਤੇ। ਇਸੇ ਸੀਟ ਤੋਂ ਮਨਪ੍ਰੀਤ ਬਾਦਲ 2022 ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੱਥੋਂ ਹਾਰ ਗਏ ਸਨ। ਸੋ ਸਿਆਸੀ ਰਿਐਕਸ਼ਨ ਤਾਂ ਆਉਣੇ ਹੀ ਆਉਣੇ ਸਨ। ਸਭ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੀ ਕਿਹਾ ਉਹ ਵੀ ਦੱਸ ਦਿੰਦੇ ਆ, ਕਿਉਂਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਮਨਪ੍ਰੀਤ ਬਾਦਲ ਦੀ ਸਿਆਸਤ ਦੇ ਵਿੱਚ ਨਹੀਂ ਬਣਦੀ ਸੀ। ਇੱਕੋ ਪਾਰਟੀ 'ਚ ਸਨ ਪਰ ਇਹਨਾਂ ਦੀ ਆਪਸ ਦੇ ਵਿੱਚ ਕਦੇ ਵੀ ਜੰਮੀ ਨਹੀਂ ਸੀ। ਕਹਿੰਦੇ ਮਨਪ੍ਰੀਤ ਬਾਦਲ ਸ਼ੁਰੂ ਤੋਂ ਹੀ ਸਿਆਸੀ ਤਾਕਤ ਦਾ ਭੁੱਖ ਹੈ। ਜਦੋਂ ਪਤਾ ਸੀ ਪਾਰਟੀ ਜਿੱਤ ਰਹੀ ਹੈ ਕਾਂਗਰਸ 'ਚ ਆ ਗਿਆ। ਹੁਣ 5 ਸਾਲ ਬਿਨਾਂ ਪਾਵਰ ਤੋਂ ਕੱਟਣੇ ਇਹਨਾਂ ਦੇ ਲਈ ਔਖੇ ਨੇ। ਮਨਪ੍ਰੀਤ ਬਾਦਲ ਸ਼ਹਾਦਤ ਦਾ ਰੋਣਾ ਰੋਣ ਦੀ ਥਾਂ ਕਾਂਗਰਸ ਤੋਂ ਮਾਫੀ ਮੰਗਣ। ਵੜਿੰਗ ਨੇ ਕਵਿਤਾ ਦੀਆਂ ਵੀ ਕੁਝ ਲਾਈਨਾਂ ਲਿਖੀਆਂ। ਕਹਿੰਦੇ ਪਿੱਪਲ ਦੇ ਪੱਤਿਆਂ ਵੇਖ ਕੇ ਹੀ ਖੜਖੜ ਲਾਈ ਹੈ, ਪੱਤ ਝੜੇ ਪੁਰਾਣੇ ਵੀ ਰੁੱਤ ਨਵਿਆਂ ਦੀ ਆਈ ਹੈ। ਆਮ ਆਦਮੀ ਪਾਰਟੀ ਨੇ ਤੰਜ ਕੱਸਿਆ ਰਾਹੁਲ ਗਾਂਧੀ ਤੇ। ਕਹਿੰਦੇ ਇਹ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਵੱਡਾ ਅਸਰ ਹੈ ਕਿ ਪੰਜਾਬ ਪਹੁੰਚੇ ਹੋਏ ਨੇ ਪਰ ਕਾਂਗਰਸ ਦੇ ਲੀਡਰ ਉਧਰ ਨੂੰ ਜਾ ਰਹੇ ਨੇ। ਅਕਾਲੀ ਦਲ ਨੇ ਵੀ ਤੰਜ ਕੱਸਿਆ। ਸੀਨੀਅਰ ਲੀਡਰ ਡਾਕਟਰ ਦਲਜੀਤ ਸਿੰਘ ਚੀਮਾ ਨੇ ਬੀਜੇਪੀ ਤੇ ਤੰਜ ਕੱਸ ਦਿੱਤਾ। ਕਹਿੰਦੇ ਜਿਸ ਤਰ੍ਹਾਂ ਨਾਲ ਕਾਂਗਰਸ ਦੇ ਆਗੂ ਬੀਜੇਪੀ 'ਚ ਸ਼ਾਮਿਲ ਹੋ ਰਹੇ ਨੇ, ਘੱਟੋ ਘੱਟ ਬੀਜੇਪੀ ਪਾਰਟੀ 3 ਲੋਕ ਸਭਾ ਤੇ 23 ਵਿਧਾਨ ਸਭਾ ਸੀਟਾਂ ਤੇ ਤਾਂ ਆਪਣੇ ਟਕਸਾਲੀ ਬੀਜੇਪੀ ਲੀਡਰ ਖੜੇ ਕਰੇ ਉਹਨਾਂ ਦੇ ਲਈ ਛੱਡ ਦੇਵੇ ਜਿਨ੍ਹਾਂ ਨੇ ਦਹਾਕਿਆਂ ਦੇ ਲਈ ਬੀਜੇਪੀ ਦੇ ਲਈ ਮਿਹਨਤ ਕੀਤੀ ਹੈ। ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੀ, ਵਿੱਤ ਮੰਤਰੀ ਸਨ, ਆਪਣੀ ਪਾਰਟੀ ਬਣਾਈ, ਨਹੀਂ ਚੱਲੀ, ਕਾਂਗਰਸ ਚਲੇ ਗਏ, ਉੱਥੇ ਵਿੱਤ ਮੰਤਰੀ ਸੀਗੇ। ਹੁਣ 5 ਸਾਲ ਸੱਤਾ ਦਾ ਸੁੱਖ ਹੰਢਾ ਕੇ ਉਸ ਤੋਂ ਬਾਅਦ ਬੀਜੇਪੀ ਚਲੇ ਗਏ। नहीं अज एक बयान आया मनप्रीत जी का उत्थे दिता जिहड़ा कि पंजाब बर्बाद हो गया, मैं तां चलिया उधर। तो ये 10 महीनों च बर्बाद होया कि पिछले 5 सालों च होया?
ਕਾਂਗਰਸ ਦੇ ਲੀਡਰ ਤੇ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਵੀ ਬੋਲੇ ਨੇ। ਰੰਧਾਵਾ ਨੇ ਕਿਹਾ ਕਿ ਮਨਪ੍ਰੀਤ ਬਾਦਲ ਨੇ ਕਾਂਗਰਸ ਦੇ ਵਿੱਚ ਰਹਿ ਕੇ ਕਾਂਗਰਸ ਦਾ ਜੋ ਨੁਕਸਾਨ ਕੀਤਾ ਉਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਰੰਧਾਵਾ ਨੇ ਰਾਜਾ ਵੜਿੰਗ ਦੇ ਬਿਆਨ ਨਾਲ ਸਹਿਮਤੀ ਜਤਾਉਂਦਿਆਂ ਕਿਹਾ ਕਿ ਮਨਪ੍ਰੀਤ ਬਾਦਲ ਨੇ ਜਦੋਂ ਕਾਂਗਰਸ ਜੁਆਇਨ ਕੀਤੀ ਸੀ ਮੈਂ ਤਾਂ ਉਦੋਂ ਵੀ ਕਾਂਗਰਸ ਨੂੰ ਸਲਾਹ ਦਿੱਤੀ ਸੀ ਕਿ ਬੰਦਾ ਠੀਕ ਨਹੀਂ ਹੈ। ਉਧਰ ਕਾਂਗਰਸ ਦੇ ਲੀਡਰ ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਪਹੁੰਚੀ ਹੋਈ ਸੀ ਭਾਰਤ ਜੋੜੋ ਯਾਤਰਾ। ਉਹ 18 ਜਨਵਰੀ ਨੂੰ ਹਿਮਾਚਲ ਗਈ ਹੈ। ਹਿਮਾਚਲ ਦੇ ਨਵੇਂ ਬਣੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਵੀ ਰਾਹੁਲ ਗਾਂਧੀ ਦੀ ਇਸ ਯਾਤਰਾ ਦੇ ਵਿੱਚ ਸ਼ਾਮਿਲ ਹੋਏ। ਇਹ ਯਾਤਰਾ 19 ਜਨਵਰੀ ਨੂੰ ਵਾਪਸ ਪੰਜਾਬ ਪਹੁੰਚੇਗੀ, ਪਠਾਨਕੋਟ ਪਹੁੰਚੇਗੀ ਤੇ ਇਹ ਜਿਹੜਾ ਹੈਗਾ ਅਖੀਰਲਾ ਦਿਨ ਹੋਏਗਾ ਪੰਜਾਬ ਦੇ ਵਿੱਚ ਭਾਰਤ ਜੋੜੋ ਯਾਤਰਾ ਦਾ। ਬੁੱਧਵਾਰ ਦੀ ਇੱਕ ਹੋਰ ਵੱਡੀ ਖਬਰ ਤੁਹਾਨੂੰ ਦੱਸ ਦਿੰਦੇ ਆ ਜਿਹੜੀ ਕਿ ਪੰਥਕ ਸਿਆਸਤ ਦੇ ਨਾਲ ਜੁੜੀ ਹੋਈ ਹੈ। ਪਹਿਲੀ ਖਬਰ ਜਿਹੜੀ ਰਾਜਨੀਤੀ ਦੇ ਨਾਲ ਜੁੜੀ ਹੋਈ ਸੀ, ਪੰਜਾਬ ਦੀ ਰਾਜਨੀਤੀ ਦੇ ਨਾਲ, ਪਰ ਇਹ ਧਾਰਮਿਕ ਸਿਆਸਤ ਦੇ ਨਾਲ ਜੁੜੀ ਹੋਈ ਖਬਰ ਹੈ। ਜਦੋਂ ਮੁਹਾਲੀ ਚੰਡੀਗੜ੍ਹ ਦੀ ਸਾਂਝੀ ਹੱਦ ਤੇ ਜਿਹੜਾ ਪੱਕਾ ਮੋਰਚਾ ਲੱਗਿਆ ਹੋਇਆ, ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ, ਬੰਦੀ ਸਿੰਘਾਂ ਦੀ ਰਿਹਾਈ, 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦੀ ਜਿਹੜੀ ਜਾਂਚ ਹੈ ਜਾਂ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀकांड ਦਾ ਮਾਮਲਾ, ਇਹਨਾਂ ਸਾਰੇ ਮੰਗਾਂ ਨੂੰ ਲੈ ਕੇ ਜਿਹੜਾ ਮੋਰਚਾ ਲੱਗਿਆ ਹੋਇਆ ਹੈ ਉਸ ਵਿੱਚ ਪਹੁੰਚੇ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਹਮਲਾ ਕੀਤਾ ਗਿਆ। ਧਾਮੀ ਜਦੋਂ ਧਰਨੇ ਨੂੰ ਸੰਬੋਧਨ ਕਰਨ ਤੋਂ ਬਾਅਦ ਵਾਪਸ ਜਾ ਰਹੇ ਸਨ ਤਾਂ ਕੁਝ ਨੌਜਵਾਨਾਂ ਨੇ ਸਵਾਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਸ ਦੌਰਾਨ ਭੀੜ ਦੇ ਵਿੱਚੋਂ ਕਈ ਜਣਿਆਂ ਨੇ ਪ੍ਰਧਾਨ ਦੀ ਗੱਡੀ ਦੇ ਉੱਤੇ ਕਥਿਤ ਤੌਰ ਤੇ ਹਮਲਾ ਕਰ ਦਿੱਤਾ। ਵਿਰੋਧ ਕਰ ਰਹੇ ਵਿਅਕਤੀਆਂ ਨੇ ਧਾਮੀ ਦੇ ਕਾਫਲੇ ਤੇ ਪਥਰਾਅ ਕੀਤਾ ਅਤੇ ਪ੍ਰਧਾਨ ਦੀ ਗੱਡੀ ਦਾ ਪਿਛਲਾ ਸ਼ੀਸ਼ਾ ਤੋੜ ਦਿੱਤਾ ਗਿਆ। ਐਸਜੀਪੀਸੀ ਪ੍ਰਧਾਨ ਇਸ ਮੋਰਚੇ ਦੀ ਹਮਾਇਤ ਦੇ ਲਈ ਪਹੁੰਚੇ ਸਨ। ਸਟੇਜ ਤੇ ਉਹਨਾਂ ਨੇ ਸੰਬੋਧਨ ਵੀ ਕੀਤਾ ਸੀ, ਪਰ ਜਾਂਦੇ ਵਕਤ ਇਹ ਸਾਰਾ ਜਿਹੜਾ ਹਾਦਸਾ ਹੈ ਇਹ ਵਾਪਰਿਆ ਹੈ। ਉਸ ਤੋਂ ਬਾਅਦ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਖਾਸ ਤੌਰ ਤੇ ਪ੍ਰੈਸ ਬੁਲਾਈ ਅਤੇ ਪ੍ਰੈਸ ਦੇ ਵਿੱਚ ਆਪਣੀ ਜਿਹੜਾ ਬਿਆਨ ਹੈ ਉਹ ਦਿੱਤਾ ਅਤੇ ਮੋਰਚੇ ਦੇ ਪ੍ਰਬੰਧਕਾਂ ਤੇ ਵੀ ਗੁੱਸਾ ਕੱਢਿਆ ਹੈ। ਧਾਮੀ ਕਹਿੰਦੇ ਕਿ ਜਦੋਂ ਵੀ ਐਸਜੀਪੀਸੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੋਈ ਪ੍ਰੋਗਰਾਮ ਉਲੀਕਦੀ ਹੈ ਉਸ ਨੂੰ ਤਾਰਪੀਡੋ ਕਰਨ ਦਾ ਯਤਨ ਕੀਤਾ ਜਾਂਦਾ ਹੈ ਤੇ ਇਹ ਜਿਹੜੀ ਘਟਨਾ ਵੀ ਉਸੇ ਤਾਰਪੀਡੋ ਦਾ ਹਿੱਸਾ ਹੈ। ਧਾਮੀ ਨੇ ਅਹਿਮ ਖੁਲਾਸਾ ਕਰਦਿਆਂ ਦੱਸਿਆ ਕਿ ਜਿਸ ਦਿਨ ਇਹ ਕੌਮੀ ਮੋਰਚਾ ਸ਼ੁਰੂ ਹੋਣਾ ਸੀ ਉਸ ਦਿਨ ਮੇਰੇ ਕੋਲ ਸਰਦਾਰ ਪਾਲ ਸਿੰਘ ਫਰਾਂਸ, ਪੰਜ ਪਿਆਰਿਆਂ ਵਿੱਚੋਂ ਭਾਈ ਸਤਨਾਮ ਸਿੰਘ ਖੰਡਾ, ਭਾਈ ਮੇਜਰ ਸਿੰਘ, ਗੁਰਸੇਵਕ ਸਿੰਘ ਹੋਣਾ ਆਏ ਸੀ। ਉਹਨਾਂ ਨੇ ਹਵਾਰਾ ਕਮੇਟੀ ਵੱਲੋਂ ਮੈਨੂੰ ਫਤਿਹ ਬੁਲਾਈ ਸੀ ਤੇ ਇਸ ਮੋਰਚੇ ਦੇ ਲਈ ਮੇਰੇ ਤੋਂ ਸਾਥ ਮੰਗਿਆ ਸੀ ਤੇ ਮੈਂ ਯਕੀਨ ਦਿਵਾਇਆ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਿਹੜਾ ਵੀ ਮੋਰਚਾ ਸ਼ੁਰੂ ਹੋਏਗਾ ਐਸਜੀਪੀਸੀ ਉਸ ਦੇ ਨਾਲ ਹੈ। ਮੋਰਚੇ ਦੇ ਸੱਦੇ ਉੱਤੇ ਕਹਿੰਦੇ ਮੈਂ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਸੀਨੀਅਰ ਜਿਹੜੇ ਸਾਬਕਾ ਮੀਤ ਪ੍ਰਧਾਨ ਨੇ ਮਹਿਤਾ ਸਾਹਿਬ, ਸਾਬਕਾ ਜਨਰਲ ਸਕੱਤਰ ਚਾਵਲਾ, ਅਮਰਜੀਤ ਸਿੰਘ ਚਾਵਲਾ ਤੇ ਹੋਰ ਐਗਜ਼ੀਕਟਿਵ ਮੈਂਬਰ ਇਹ ਸਾਰੇ ਇਕੱਠੇ ਹੋ ਕੇ ਅਸੀਂ ਮੋਰਚੇ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਗਏ ਸੀ। ਪੰਡਾਲ ਦੇ ਵਿੱਚ ਕਹਿੰਦੇ ਸਾਡਾ ਬੜਾ ਵਧੀਆ ਸਵਾਗਤ ਹੋਇਆ ਸੀ। ਮੈਂ ਵੀ ਸਟੇਜ ਤੋਂ ਸੰਬੋਧਨ ਕੀਤਾ ਸੀ, ਪਰ ਕਹਿੰਦੇ ਜਦੋਂ ਪੰਡਾਲ ਚੋਂ ਨਿਕਲੇ ਜਾਣ ਲੱਗੇ ਤਾਂ ਕੁਝ ਹੁੱਲੜਬਾਜ਼ ਕਹਿੰਦੇ ਇਕੱਠੇ ਹੋ ਗਏ। ਉਹਨਾਂ ਨੇ ਹੁੱਲੜਬਾਜ਼ੀ ਕੀਤੀ। ਇੱਕ ਬੰਦਾ ਸਾਡੀ ਗੱਡੀ ਦੇ ਮੂਹਰੇ ਆ ਕੇ ਲੰਮਾ ਪੈ ਗਿਆ ਤੇ ਸਾਡੀ ਗੱਡੀ ਦਾ ਪਿਛਲਾ ਸ਼ੀਸ਼ਾ ਤੋੜ ਦਿੱਤਾ ਗਿਆ। ਧਾਮੀ ਨੇ ਅਫਸੋਸ ਪ੍ਰਗਟਾਇਆ ਕਿ ਸਿੱਖ ਕੌਮ ਦੇ ਅਹਿਮ ਮੁੱਦਿਆਂ ਦੇ ਉੱਤੇ ਪਤਾ ਨਹੀਂ ਸਾਡੀ ਕੌਮ ਦੇ ਵੱਲੋਂ ਹੀ ਕਿਉਂ ਕਿੰਤੂ ਪਰੰਤੂ ਕੀਤਾ ਜਾਂਦਾ ਹੈ, ਕੁਝ ਸ਼ਰਾਰਤੀਆਂ ਦੇ ਵੱਲੋਂ ਕਿੰਤੂ ਪਰੰਤੂ ਕੀਤਾ ਜਾਂਦਾ ਹੈ। ਇਹਦੀ ਵੱਡੀ ਜ਼ਿੰਮੇਵਾਰੀ ਪ੍ਰਬੰਧਕਾਂ ਦੀ ਬਣਦੀ ਆ ਕਿ ਇੱਕ ਪਾਸੇ ਆਪਾਂ ਸਮਰਥਨ ਮੰਗਦੇ ਆ, ਸਾਰਿਆਂ ਨੂੰ ਸੱਦਦੇ ਆ ਤੇ ਮੈਨੂੰ ਵੀ ਆਪ ਕਹਿ ਕੇ ਘਰ ਆਏ ਤੇ ਉਹਨਾਂ ਦੇ ਕਹਿਣ ਤੇ ਮੈਂ ਵੀ ਇੱਥੇ ਆਇਆ ਤੇ ਫਿਰ ਆਪਾਂ ਜੇ ਇਦਾਂ ਕਰ ਕਰਕੇ ਇੱਕ ਇੱਕ ਆਗੂ ਨੂੰ ਜਿਹੜਾ ਆਉਂਦਾ ਉਹਨੂੰ ਆਪਾਂ ਫਿਰ ਚੁਣੌਤੀਆਂ ਦੇਵਾਂਗੇ ਵੀ ਸਮਰਥਨ ਤੇ ਕੌਣ ਆਊਗਾ। ਤੇ ਦੂਸਰੀ ਇਹਨਾਂ ਦੀ ਇਹ ਵੀ ਜ਼ਿੰਮੇਵਾਰੀ ਬਣਦੀ ਆ ਕਿ ਜੇ ਆਪਾਂ ਇਦਾਂ ਇੱਥੇ ਆਇਆਂ ਨੂੰ ਸਾਰਿਆਂ ਨੂੰ ਫਿਰ ਜਲੀਲ ਹੀ ਕਰਨਾ ਆ ਤੇ ਫਿਰ ਸਮਰਥਨ ਜਿਹੜਾ ਆ ਉਹ ਕਾਹਦਾ ਬੰਦਾ ਕਰੂਗਾ ਤੇ ਕੀ ਸਮਰਥਨ ਕਰੂਗਾ। ਦੂਸਰਾ ਮੈਨੂੰ ਇੱਕ ਵੱਡਾ ਇਹ ਵੀ ਆ ਕਿ ਜਿਹੜੀ ਪੰਜਾਬ ਸਰਕਾਰ ਆ ਇਹ ਨਪੁੰਸਕ ਹੋ ਚੁੱਕੀ ਆ। ਇਹ ਮੈਂ ਸਮਝਦਾ ਇਹਨਾਂ ਗੱਲਾਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਹੀ ਆ। ਜੇ ਪੰਜਾਬ ਹਰਿਆਣਾ ਦੇ ਬਾਰਡਰ, ਪੰਜਾਬ ਚੰਡੀਗੜ੍ਹ ਦੇ ਬਾਰਡਰ ਦੇ ਉੱਤੇ ਇਹ ਮੋਰਚਾ ਲੱਗਾ ਤੇ ਪੁਲਿਸ ਦੀ ਵੀ ਕੋਈ ਜ਼ਿੰਮੇਵਾਰੀ ਬਣਦੀ ਆ ਤੇ ਪ੍ਰਸ਼ਾਸਨ ਦੀ ਵੀ ਕੋਈ ਜ਼ਿੰਮੇਵਾਰੀ ਬਣਦੀ ਆ ਕਿ ਮੂਡ ਦਰਸ਼ਕ ਬਣ ਕੇ ਦੇਖੀ ਜਾਣਾ। ਜੇ ਉੱਥੇ ਕੋਈ ਵਾਇਲੈਂਟ ਮੂਵਮੈਂਟ ਹੁੰਦੀ ਆ ਤੇ ਉਹਦਾ ਰੋਕਥਾਮ ਕਿਵੇਂ ਕਰਨੀ ਆ। ਮੈਂ ਸਮਝਦਾ ਬਹੁਤ ਵੱਡੀ ਇਹ ਸਰਕਾਰ ਦੀ ਫੇਲੀਅਰ ਆ। ਧਾਮੀ ਨੇ ਇਸ ਮੌਕੇ ਨਜ਼ਲਾ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਤੇ ਵੀ ਝਾੜਿਆ ਅਤੇ ਜਿਹੜੇ ਲੋਕਾਂ ਨੇ ਹਮਲਾ ਕੀਤਾ ਉਹਨਾਂ ਨੂੰ ਕਿਹਾ ਕਿ ਜਿਨ੍ਹਾਂ ਨੇ ਸਿੱਖਾਂ ਨੂੰ ਕੋਹ ਕੇ ਮਾਰਿਆ ਉਹਨਾਂ ਦੀ ਯਾਤਰਾ ਲਗਾਤਾਰ 5-6 ਦਿਨਾਂ ਤੋਂ ਨਿਕਲ ਰਹੀ ਹੈ, ਉਹਨਾਂ ਤੇ ਤਾਂ ਕੋਈ ਨਹੀਂ ਬੋਲਿਆ, ਉਸ ਦਾ ਤਾਂ ਕਿਸੇ ਨੇ ਕੋਈ ਘਿਰਾਓ ਨਹੀਂ ਕੀਤਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਘਿਰਾਓ ਕਰਨਾ ਇੱਕ ਵੱਡੀ ਸਾਜ਼ਿਸ਼ ਹੈ।
ਮੋਰਚੇ ਦੇ ਪ੍ਰਬੰਧਕਾਂ ਦੇ ਨਾਲ ਨਾਰਾਜ਼ਗੀ ਪ੍ਰਗਟਾਉਂਦੇ ਧਾਮੀ ਨੇ ਕਿਹਾ ਕਿ ਇੱਕ ਪਾਸੇ ਤਾਂ ਤੁਸੀਂ ਸਮਰਥਨ ਮੰਗਦੇ ਹੋ, ਖੁਦ ਸੱਦਦੇ ਹੋ ਤੇ ਫਿਰ ਇਸ ਤਰ੍ਹਾਂ ਦਾ ਸਲੂਕ ਕਰਦੇ ਹੋ, ਕੌਣ ਸਮਰਥਨ ਦੇਊਗਾ? ਜੇ ਇਸ ਤਰ੍ਹਾਂ ਜ਼ਲੀਲ ਕਰਨਾ ਹੈ ਤਾਂ ਬੰਦਾ ਕੀ ਸਮਰਥਨ ਕਰੂਗਾ? ਅਜਿਹੇ ਕਹਿੰਦੇ ਹਮਲੇ ਰੋਕਣਾ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਸੀ, ਪਰ ਕਹਿੰਦੇ ਅਸੀਂ ਹਮੇਸ਼ਾ ਸਿੱਖ ਮੁੱਦਿਆਂ ਤੇ ਸਮਰਥਨ ਕਰਦੇ ਰਹਾਂਗੇ। ਧਾਮੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਨਪੁੰਸਕ ਕਰਾਰ ਦੇ ਦਿੱਤਾ। ਕਹਿੰਦੇ ਜੇ ਪੰਜਾਬ ਚੰਡੀਗੜ੍ਹ ਬਾਰਡਰ ਤੇ ਮੋਰਚਾ ਲੱਗਿਆ ਹੋਇਆ, ਪੁਲਿਸ ਦੀ ਵੀ ਕੋਈ ਜ਼ਿੰਮੇਵਾਰੀ ਬਣਦੀ ਹੈ। ਪੁਲਿਸ ਨੇ ਕੀ ਜ਼ਿੰਮੇਵਾਰੀ ਨਿਭਾਈ? ਇਹ ਤਾਂ ਨਹੀਂ ਕਿ ਪੁਲਿਸ ਮੂਕ ਦਰਸ਼ਕ ਬਣ ਕੇ ਸਾਰਾ ਕੁਝ ਦੇਖਦੀ ਰਹੇ। ਇੱਥੇ ਮੈਂ ਕੋਈ ਕਿਸੇ ਦੇ ਕਹਿਣਾ ਨਹੀਂ ਚਾਹੁੰਦਾ। ਆ ਯਾਤਰਾ 6-7 ਦਿਨ ਲਗਾਤਾਰ ਨਿਕਲੀ ਆ, ਜਿਨ੍ਹਾਂ ਨੇ ਸਿੱਖਾਂ ਨੂੰ ਕੋਹ ਕੇ ਮਾਰਿਆ ਉਹਨਾਂ ਤੇ ਕੋਈ ਨਹੀਂ ਬੋਲੇ, ਉਹਨਾਂ ਦਾ ਕਿਸੇ ਨੇ ਜਾ ਕੇ ਘੁਰਾ ਨਹੀਂ ਕੀਤਾ। ਤੇ ਜੇ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਯਤਨਸ਼ੀਲ ਹੁੰਦੀ ਕਿਸੇ ਮੁੱਦੇ ਲਈ, ਤੇ ਫਿਰ ਇਹ ਅੱਜ ਜੋ ਇਹਨਾਂ ਨੇ ਕੀਤਾ, ਮੈਂ ਸਮਝਦਾ ਬਹੁਤ ਵੱਡਾ ਇਹ ਇੱਕ ਸਾਨੂੰ ਚੁਣੌਤੀ ਆ। ਇਸ ਮੌਕੇ ਐਸਜੀਪੀਸੀ ਪ੍ਰਧਾਨ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜਿਹੜੀ ਐਸਜੀਪੀਸੀ ਦੇ ਵੱਲੋਂ ਦਸਤਖਤ ਮੁਹਿੰਮ ਸ਼ੁਰੂ ਕੀਤੀ ਹੈ, ਉਸ ਦਾ ਵੀ ਜਿਹੜਾ ਹੈਗਾ ਉਹਨਾਂ ਨੇ ਅਪਡੇਟ ਦਿੱਤਾ। ਕਹਿੰਦੇ ਇਹ ਮੁਹਿੰਮ ਹੈ ਜਿਹੜੀ ਹੋਰ ਭਖ ਗਈ ਹੈ। 31 ਜਨਵਰੀ ਤੱਕ ਦਸਤਖਤ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਨਾਲ ਹੀ ਉਹਨਾਂ ਨੇ ਫਰਵਰੀ ਦੇ ਪਹਿਲੇ ਜਾਂ ਦੂਸਰੇ ਹਫ਼ਤੇ ਐਸਜੀਪੀਸੀ ਦੇ ਵੱਲੋਂ ਪੰਜਾਬ ਦੇ ਰਾਜਪਾਲ ਨੂੰ ਰਾਸ਼ਟਰਪਤੀ ਦੇ ਨਾਮ ਲੱਖਾਂ ਦੀ ਗਿਣਤੀ ਵਿੱਚ ਹੋਏ ਜਿਹੜੇ ਦਸਤਖਤ ਨੇ ਉਹ ਵੀ ਸੌਂਪਣ ਜਾਣ ਦਾ ਪ੍ਰੋਗਰਾਮ ਦੱਸਿਆ ਕਿ 10 ਲੱਖ ਤੋਂ ਉੱਤੇ ਦਸਤਖਤ ਜਿਹੜੇ ਲੋਕ ਕਰਕੇ ਫਾਰਮਾਂ ਨੂੰ ਆਨਲਾਈਨ ਵੀ ਤੇ ਦਸਤਖਤ ਵੀ ਕਰਕੇ ਦੇ ਚੁੱਕੇ ਆ। ਸੋ ਮੈਂ ਸਮਝਦਾ ਇੱਥੇ ਪ੍ਰਸ਼ਾਸਨ ਦੀ ਬਹੁਤ ਵੱਡੀ ਫੇਲੀਅਰ ਆ। ਪ੍ਰਸ਼ਾਸਨ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ, ਪਰ ਉਹਨਾਂ ਨੂੰ ਪਤਾ ਵੀ ਕਿਉਂਕਿ ਸਿੱਖ ਬੈਠੇ ਆ, ਆਪੋ ਵਿੱਚ ਹੀ ਆਪਣੇ ਲੜਨਗੇ ਤਾਂ ਉਹ ਸ਼ਕਤੀਆਂ ਜਿਹੜੀਆਂ ਸਿੱਖ ਪੰਥ ਦੇ ਵਿਰੋਧੀ ਆ ਉਹਨਾਂ ਨੂੰ ਫਿਰ ਸਮਾਂ ਮਿਲ ਜਾਂਦਾ ਇਹਦੇ ਵਿੱਚ ਘੁਸਪੈਠ ਕਰਨ ਦਾ। ਐਸਜੀਪੀਸੀ ਪ੍ਰਧਾਨ ਤੇ ਹਮਲਾ ਹੁੰਦਾ, ਉਸ ਤੋਂ ਬਾਅਦ ਐਸਜੀਪੀਸੀ ਪ੍ਰਧਾਨ ਆਪਣੀ ਪ੍ਰੈਸ ਕਾਨਫਰੰਸ ਕਰਦੇ ਨੇ। ਕੀ ਕੁਝ ਉਹਨਾਂ ਨੇ ਕਿਹਾ ਤੁਹਾਨੂੰ ਅਸੀਂ ਦੱਸ ਚੁੱਕੇ ਹਾਂ। ਉਸ ਤੋਂ ਬਾਅਦ ਮੋਰਚੇ ਦੇ ਲੀਡਰਾਂ ਦੇ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ। ਸ਼ਾਮ ਨੂੰ 6:30 ਵਜੇ ਮੀਡੀਆ ਨੂੰ ਬੁਲਾਇਆ ਜਾਂਦਾ ਹੈ। ਉਸ ਵਕਤ ਮੋਰਚੇ ਨੇ ਜੋ ਕਿਹਾ ਉਹ ਸੱਚੀ ਮੁੱਚੀ ਹੈਰਾਨ ਕਰਨ ਵਾਲਾ ਹੈ। ਮੋਰਚੇ ਨੇ ਸਭ ਤੋਂ ਪਹਿਲਾਂ ਤਾਂ ਇਸ ਘਟਨਾ ਨੂੰ ਅਫਸੋਸਨਾਕ ਦੱਸਿਆ ਹੈ। ਉਹਨਾਂ ਨੇ ਕਿਹਾ ਕਿ ਇਹ ਘਟਨਾ ਨਹੀਂ ਹੋਣੀ ਚਾਹੀਦੀ ਸੀ, ਇਹ ਨਹੀਂ ਵਾਪਰਨੀ ਚਾਹੀਦੀ ਸੀ, ਮੰਦਭਾਗੀ ਘਟਨਾ ਹੈ। ਸਾਨੂੰ ਇਸ ਤੇ ਅਫਸੋਸ ਹੈ ਕਿ ਇੱਕ ਸ਼੍ਰੋਮਣੀ ਸੰਸਥਾ ਦੇ ਪ੍ਰਧਾਨ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਹੈ ਜਿਹੜਾ ਉਹ ਮੋਰਚੇ ਤੋਂ ਬਾਹਰ ਨਿਕਲਦੇ ਸਮੇਂ ਹੋਇਆ ਹੈ। ਕੁਝ ਲੋਕਾਂ ਦੇ ਵੱਲੋਂ ਕੀਤਾ ਗਿਆ, ਨਹੀਂ ਹੋਣਾ ਚਾਹੀਦਾ ਸੀ। ਦੂਸਰਾ, ਉਹਨਾਂ ਨੇ ਪ੍ਰਧਾਨ ਦੇ ਦਾਅਵੇ ਨੂੰ ਝੂਠਾ ਦੱਸਿਆ ਹੈ। ਐਸਜੀਪੀਸੀ ਪ੍ਰਧਾਨ ਨੇ ਕਿਹਾ ਸੀ ਕਿ ਮੈਨੂੰ ਸੱਦਾ ਦੇਣ ਦੇ ਲਈ ਆਏ ਸੀ, ਸੱਦ ਕੇ ਜ਼ਲੀਲ ਕਰਨਾ ਹੈ ਤਾਂ ਫਿਰ ਸਮਰਥਨ ਕਿੱਥੋਂ ਮਿਲੂਗਾ ਤੁਹਾਨੂੰ, ਕਿੱਥੋਂ ਸਮਰਥਨ ਦੇ ਦੇਈਏ? ਮੋਰਚੇ ਨੇ ਸਪਸ਼ਟ ਕਿਹਾ ਕਿ ਅਸੀਂ ਐਸਜੀਪੀਸੀ ਪ੍ਰਧਾਨ ਨੂੰ ਸੱਦਾ ਨਹੀਂ ਦੇਣ ਗਏ ਸੀ। ਜਿਹੜੇ ਬੰਦਿਆਂ ਦੇ ਨਾਮ ਲਏ ਨੇ ਐਸਜੀਪੀਸੀ ਪ੍ਰਧਾਨ ਨੇ, ਸਾਰੇ ਬੰਦੇ ਗਏ ਸੀ, ਪਰ ਮੁੱਦਾ ਸੀ ਕਿ ਲਾਪਤਾ 328 ਪਾਵਨ ਸਰੂਪਾਂ ਦੇ ਮਸਲੇ ਦਾ ਹੱਲ ਕੀਤਾ ਜਾਵੇ, ਜਾਂਚ ਕਰਵਾਈ ਜਾਵੇ ਅਤੇ ਕੌਮ ਦੇ ਸਾਹਮਣੇ ਉਹ ਸਰੂਪ ਰੱਖੇ ਜਾਣ। ਫਿਰ ਉਹਨਾਂ ਨੇ ਕਿਹਾ ਕਿ ਇੱਕ ਦਿਨ ਪਹਿਲਾਂ ਸਾਨੂੰ ਮੰਗਲਵਾਰ ਨੂੰ ਸ਼ਾਮ ਨੂੰ ਪਤਾ ਲੱਗ ਗਿਆ ਸੀ ਕਿ ਐਸਜੀਪੀਸੀ ਪ੍ਰਧਾਨ ਇੱਥੇ ਆ ਰਹੇ ਨੇ ਮੋਰਚੇ ਦੇ ਸਮਰਥਨ ਲਈ। ਅਸੀਂ ਕਹਿੰਦੇ ਗੁਰਸੇਵਕ ਸਿੰਘ ਧੂਲਕੋਟ ਨੇ ਸਾਨੂੰ ਦੱਸਿਆ ਸੀ ਤੇ ਅਸੀਂ ਜਿਹੜੇ ਹੈਗੇ ਨੇ ਪਰਮਜੀਤ ਸਿੰਘ ਐਸਜੀਪੀਸੀ ਪ੍ਰਧਾਨ ਦੇ ਨਾਲ ਹੁੰਦੇ ਨੇ, ਉਹਨਾਂ ਨੂੰ ਅਸੀਂ ਜਾਣਕਾਰੀ ਦੇ ਦਿੱਤੀ ਸੀ ਕਿ ਹਾਲੇ ਐਸਜੀਪੀਸੀ ਪ੍ਰਧਾਨ ਇੱਥੇ ਨਾ ਆਉਣ। 328 ਪਾਵਨ ਸਰੂਪਾਂ ਦਾ ਮਸਲਾ ਜਿਹੜਾ ਉਹ ਵੀ ਸਾਡੀਆਂ ਮੰਗਾਂ ਦੇ ਵਿੱਚੋਂ ਇੱਕ ਹੈ। ਉਸ ਬਾਰੇ ਜਦੋਂ ਕੋਈ ਚੰਗਾ ਸੁਨੇਹਾ ਆਏਗਾ, ਤੁਸੀਂ ਕੋਈ ਚੰਗੀ ਅਪਡੇਟ ਲੈ ਕੇ ਆਓਗੇ ਤਾਂ ਮੋਰਚੇ ਦੇ ਵਿੱਚ ਆਇਓ। ਹਾਲਾਂਕਿ ਜਿਹੜਾ ਹੈਗਾ ਐਸਜੀਪੀਸੀ ਪ੍ਰਧਾਨ ਨੇ ਵਾਰੀ-ਵਾਰੀ ਇਹ ਕਿਹਾ ਕਿ ਮੈਨੂੰ ਸੱਦਿਆ ਗਿਆ ਸੀ। ਸੋ ਮੋਰਚੇ ਨੇ ਆਪਣੀਆਂ ਮੰਗਾਂ ਵੀ ਦੁਹਰਾਈਆਂ ਨੇ ਕਿ ਜਿਨ੍ਹਾਂ ਮੰਗਾਂ ਨੂੰ ਲੈ ਕੇ ਮੋਰਚਾ ਲੱਗਿਆ ਉਹ ਪੂਰੀਆਂ ਹੋਣੀਆਂ ਚਾਹੀਦੀਆਂ ਨੇ। ਸੋ ਇੱਕ ਟਕਰਾਅ ਵਾਲੇ ਹਾਲਾਤ ਨੇ ਜਿਹੜੇ ਉਹ ਜ਼ਰੂਰ ਬਣਦੇ ਦੇਖੇ ਗਏ ਨੇ। ਦੇਖੋ, ਸਵਾਲ ਇਹ ਹੈ, ਪਹਿਲੀ ਗੱਲ ਤਾਂ ਇਹ ਗੱਲ ਸਪਸ਼ਟ ਕਰ ਦਿੱਤੀ ਗਈ ਹੈ ਕਿ ਉਹਨਾਂ ਨੂੰ ਇੱਥੇ ਆਉਣ ਤੋਂ ਬੇਨਤੀ ਸਹਿਤ ਰੋਕਿਆ ਗਿਆ ਸੀ ਕਿ ਤੁਸੀਂ ਆਪਦੇ ਹਿੱਸੇ ਦਾ ਕਾਰਜ ਕਰਕੇ ਆਓ। ਉਹ ਇਹਨਾਂ ਨੇ ਪੂਰੀ ਤਰ੍ਹਾਂ ਸਪਸ਼ਟ ਕਰ ਦਿੱਤਾ। ਇੱਥੇ ਏਜੰਸੀਆਂ ਨੇ ਕੀਤਾ ਹੈ ਜਾਂ ਕਿਹਨੇ ਕੀਤਾ ਹੈ ਇਹ ਦੇਖਣਾ ਏਜੰਸੀਆਂ ਦਾ ਕੰਮ ਹੈ, ਸਰਕਾਰਾਂ ਦਾ ਕੰਮ ਹੈ। ਇਹ ਦੇਖਣਾ ਅਸੀਂ ਪ੍ਰਬੰਧਕ ਜਿਹੜੇ ਹੈਗੇ ਆ, ਅਸੀਂ ਤਾਂ ਉੱਥੇ ਠੰਡਾ ਛਿੜਕਿਆ ਬਾਪੂ ਜੀ ਨੇ ਵੀ ਤੇ ਬਾਕੀ ਸਾਰਿਆਂ ਨੇ ਵੀ। ਜਿਸ ਵੇਲੇ ਉਹਨਾਂ ਤੇ ਅਟੈਕ ਹੋਇਆ ਉਸ ਵੇਲੇ ਸੁਣਨ ਚ ਆਇਆ ਔਰ ਵੀਡੀਓ ਤੁਸੀਂ ਦੇਖ ਸਕਦੇ ਆ ਕਿ ਧਾਮੀ ਸਾਹਿਬ ਖੁਦ ਅਗਰੈਸਿਵ ਹੋ ਕੇ ਥੱਲੇ ਉਤਰ ਕੇ ਉਹਨਾਂ ਨਾਲ ਗਏ। ਜਦੋਂ ਕਿ ਜਿਸ ਵੇਲੇ ਉਹਨਾਂ ਦੇ ਉੱਤੇ ਕੁਝ ਬੰਦਿਆਂ ਨੇ ਹਮਲਾ ਕੀਤਾ ਤਾਂ ਇੱਥੇ ਉਹਨਾਂ ਨੂੰ ਪਾਸੇ ਕਰਨ ਵਾਲੇ ਬੰਦੇ ਜਿਹੜੇ ਸੀ ਉਹ ਵੀ ਮੋਰਚੇ ਦੇ ਨਾਲ ਹੀ ਸੰਬੰਧਿਤ ਸੀ। ਦੂਸਰਾ ਇਹ ਹੈ ਕਿ ਹਾਂਜੀ ਸੰਗਤ ਦਾ ਰੋਸ ਵੀ ਸੀ। ਹਾਂ, ਸੰਗਤ ਦਾ ਰੋਸ ਜਿਹੜਾ ਉਹ ਤਾਂ ਕਿਸੇ ਤੋਂ ਲੁਕਿਆ ਹੋਇਆ ਨਹੀਂ। ਜਿਹੜੀ ਘਟਨਾ ਹੋਈ ਹੈ ਅਸੀਂ ਇਹਨੂੰ ਬੁਰਾ ਮੰਨਦੇ ਹਾਂ ਔਰ ਅੱਗੇ ਤੋਂ ਅਜਿਹੀ ਘਟਨਾ ਨਾ ਹੋਵੇ। ਦੇਖੋ, ਉਹ ਵੀਡੀਓਜ਼ ਦੇਖ ਕੇ ਸਾਰਿਆਂ ਨਾਲ ਸਲਾਹ ਕਰਕੇ ਉਹ ਬੰਦੇ ਜਿਹੜੇ ਹੈਗੇ ਆ ਉਹਨਾਂ ਨੂੰ ਮੋਰਚੇ ਦੇ ਵਿੱਚ ਪ੍ਰਬੰਧਕਾਂ ਦੇ ਸਾਹਮਣੇ, ਸੰਗਤ ਦੇ ਸਾਹਮਣੇ ਖੜਾ ਕਰਕੇ ਜਿਹੜਾ ਹੈਗਾ ਇਹ ਗੱਲਬਾਤ ਕੀਤੀ ਜਾਏਗੀ ਕਿ ਤੁਸੀਂ ਇਸ ਤਰ੍ਹਾਂ ਕਿਉਂ ਕੀਤਾ।
ਕਿਉਂਕਿ ਇਹਦੇ ਨਾਲ ਜਥੇਦਾਰ ਜਗਤਾਰ ਸਿੰਘ ਹਵਾਰਾ ਹੁਰਾਂ ਦੀ ਭਾਵਨਾ ਨੂੰ ਬਹੁਤ ਵੱਡੀ ਠੇਸ ਲੱਗਦੀ ਹੈ, ਜਿਹੜੇ ਕਿ ਇਹ ਚਾਹੁੰਦੇ ਆ ਕਿ ਸਾਰਾ ਪੰਥ ਇਕੱਠਾ ਹੋਵੇ। ਪਰ ਪੰਥ ਇਕੱਠੇ ਹੋਣ ਦਾ ਮਤਲਬ ਇਹ ਨਹੀਂ ਕਿ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਲੀਚੀਆਂ ਮਾਰੀਆਂ ਜਾਂ ਪੰਥ ਦੀ ਪਿੱਠ ਛੁਰੇ ਮਾਰੇ ਹੈ ਤੇ ਉਹ ਬਗੈਰ ਆਪਦੇ 'ਚ ਕੋਈ ਸੁਧਾਰ ਲਿਆਏ ਜਾਂ ਗਲਤੀ ਮੰਨੇ ਇੱਥੇ ਆ ਕੇ ਜਿਹੜਾ ਹੈਗਾ ਬੋਲਣਗੇ। ਇਦਾਂ ਉਹਨਾਂ ਨੂੰ ਵੀ ਨਹੀਂ ਚਾਹੀਦਾ, ਉਹ ਗਰੇਜ ਕਰਨ ਦੀ ਐਸਜੀਪੀਸੀ ਪ੍ਰਧਾਨ ਤੇ ਜਿਹੜਾ ਹਮਲਾ ਹੋਇਆ ਹੈ ਚੰਡੀਗੜ੍ਹ ਮੋਹਾਲੀ ਬਾਰਡਰ ਤੇ, ਇਸ ਮੋਰਚੇ ਦੇ ਵਿੱਚ ਉਸ ਨੂੰ ਲੈ ਕੇ ਬਹੁਤ ਸਾਰੇ ਰਿਐਕਸ਼ਨ ਆ ਰਹੇ ਨੇ, ਨਿਖੇਧੀ ਕੀਤੀ ਜਾ ਰਹੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਧਾਮੀ ਦੀ ਗੱਡੀ ਤੇ ਹੋਏ ਹਮਲੇ ਦੀ ਨਿੰਦਿਆ ਕਰਦਿਆਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਯਤਨ ਆਪਸੀ ਮਤਭੇਦਾਂ ਤੋਂ ਉੱਪਰ ਉੱਠ ਕੇ ਕਰਨੇ ਚਾਹੀਦੇ ਨੇ। ਇਸ ਘਟਨਾ ਦੇ ਨਾਲ ਰਿਹਾਈ ਲਈ ਕੀਤੇ ਜਾ ਰਹੇ ਸਾਂਝੇ ਯਤਨਾਂ ਨੂੰ ਢਾਹ ਲੱਗੀ ਹੈ। ਐਸਜੀਪੀਸੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਹਮਲਾ ਉਹਨਾਂ ਲੋਕਾਂ ਨੇ ਕੀਤਾ ਹੈ ਜੋ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕਰਵਾਉਣਾ ਚਾਹੁੰਦੇ। ਧਾਮੀ ਤੇ ਰੋੜੇ ਮਾਰ ਕੇ ਕਹਿੰਦੇ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ, ਧਾਮੀ ਦਾ ਦੋਸ਼ ਕੀ ਹੈ ਇਹ ਦੱਸੋ। ਗੁਰੂ ਦੀ ਕਿਰਪਾ ਨਾਲ ਕਹਿੰਦੇ ਧਾਮੀ ਸਹੀ ਸਲਾਮਤ ਨੇ। ਗਰੇਵਾਲ ਨੇ ਕਿਹਾ ਕਿ ਅਸੀਂ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਹਾਂ ਕਿ ਮਾਮਲਾ ਸਿੱਖਾਂ ਦਾ ਹੈ। ਵਾਰੀ-ਵਾਰੀ ਗਰੇਵਾਲ ਧਾਮੀ ਤੋਂ ਜਿਹੜਾ ਹੈਗਾ ਧਾਮੀ ਦਾ ਕਸੂਰ ਪੁੱਛਦੇ ਨਜ਼ਰ ਆਏ। ਇਸ ਹਮਲੇ ਦੇ ਨਾਲ ਕਹਿੰਦੇ ਸਿੱਖਾਂ ਦਾ ਮਨੋਬਲ ਨਹੀਂ ਕੋਈ ਤੋੜ ਸਕਦਾ ਤੇ ਜਿਹੜਾ ਮੋਰਚਾ ਇਸੇ ਤਰ੍ਹਾਂ ਜਾਰੀ ਰਹੂਗਾ। ਐਸਜੀਪੀਸੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਵੀ ਘਟਨਾ ਦੀ ਨਿਖੇਧੀ ਕੀਤੀ। ਨਾਲ ਹੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੂੰ ਵੀ ਇਸ ਘਟਨਾ ਨੂੰ ਮੰਦਭਾਗੀ ਦੱਸਿਆ। ਕਹਿੰਦੇ ਧਾਮੀ ਇੱਕ ਬੇਦਾਗ ਸ਼ਖਸੀਅਤ ਨੇ, ਮੋਰਚੇ ਦਾ ਸਮਰਥਨ ਕਰਨ ਲਈ ਪਹੁੰਚੇ ਸੀ। ਮੋਰਚੇ ਦੀਆਂ ਮੰਗਾਂ ਸਾਰੀ ਕੌਮ ਦੀਆਂ ਮੰਗਾਂ ਨੇ, ਕਿਸੇ ਇੱਕ ਧੜੇ ਜਾਂ ਪਾਰਟੀ ਦੀਆਂ ਮੰਗਾਂ ਨਹੀਂ ਹਨ। ਐਸਜੀਪੀਸੀ ਤਾਂ ਖੁਦ ਕਹਿੰਦੇ ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨ ਕਰ ਰਹੀ ਹੈ ਤੇ ਉਹਨਾਂ ਨੇ ਮੋਰਚੇ ਦੇ ਪ੍ਰਬੰਧਕਾਂ ਨੂੰ ਅਜਿਹੇ ਲੋਕਾਂ ਦੀ ਨਿਸ਼ਾਨਦੇਹੀ ਕਰਨ ਦੀ ਵੀ ਅਪੀਲ ਕੀਤੀ ਹੈ। ਕਹਿੰਦੇ ਪਿਛਲੇ ਦਿਨੀ ਜਦੋਂ ਮੈਂ ਗਿਆ ਸੀ ਤਾਂ ਵੀ 2-4 ਨੌਜਵਾਨਾਂ ਨੇ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਮੌਕੇ ਤੇ ਮੌਜੂਦ ਕੁਝ ਸਿੰਘਾਂ ਨੇ ਕਹਿੰਦੇ ਸਥਿਤੀ ਨੂੰ ਸਾਂਭ ਲਿਆ ਸੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਹਮਲੇ ਨੂੰ ਸਾਜ਼ਿਸ਼ ਕਰਾਰ ਦਿੰਦਿਆਂ ਨਿਖੇਧੀ ਕੀਤੀ ਹੈ। ਬਾਦਲ ਨੇ ਇਸ ਪਿੱਛੇ ਏਜੰਸੀਆਂ ਦਾ ਹੱਥ ਦੱਸਿਆ। ਸੁਖਬੀਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਤੇ ਸਿੱਖ ਸੰਸਥਾਵਾਂ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਅਜਿਹੇ ਕਾਇਰਾਨਾ ਹਮਲੇ ਦੇ ਨਾਲ ਖਾਲਸਾ ਪੰਥ ਬੰਦੀ ਸਿੰਘਾਂ ਦੀ ਰਿਹਾਈ ਦੀ ਮੁਹਿੰਮ ਨੂੰ ਕਮਜ਼ੋਰ ਨਹੀਂ ਪੈਣ ਦੇਵੇਗਾ। ਇਸ ਮੁੱਦੇ ਤੇ ਅਕਾਲੀ ਦਲ ਨੇ ਪ੍ਰੈਸ ਕਾਨਫਰੰਸ ਵੀ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਧਾਮੀ ਉੱਤੇ ਹਮਲਾ ਹੋਣਾ ਮੋਰਚੇ ਦੇ ਪ੍ਰਬੰਧਕਾਂ ਦੀ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਅਜਿਹੇ ਹਮਲੇ ਨਾ ਹੋਣ। ਚੰਡੀਗੜ੍ਹ ਅਤੇ ਮੋਹਾਲੀ ਪ੍ਰਸ਼ਾਸਨ ਦਾ ਵੀ ਕਹਿੰਦੇ ਉਨਾ ਹੀ ਕਸੂਰ ਹੈ ਕਿਉਂਕਿ ਉੱਥੇ ਪੁਲਿਸ ਬੈਠੀ ਹੈ। ਦੋਵਾਂ ਚੰਡੀਗੜ੍ਹ ਦੀ ਵੀ ਪੁਲਿਸ ਹੈ, ਮੋਹਾਲੀ ਦੀ ਵੀ ਪੁਲਿਸ ਹੈ। ਵੱਡੀ ਗਿਣਤੀ ਦੇ ਵਿੱਚ ਜੇ ਪੁਲਿਸ ਦੀ ਹਾਜ਼ਰੀ ਹੋਵੇ ਤੇ ਅਜਿਹਾ ਹਮਲਾ ਹੋ ਜਾਵੇ ਤਾਂ ਇਹਦਾ ਮਤਲਬ ਹੁੰਦਾ ਹੈ ਕਿ ਸਿੱਖਾਂ ਦੀ ਮਹਾਨ ਸੰਸਥਾ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਹਮਲੇ ਦੀ ਸਖਤ ਨਿਖੇਧੀ ਕਰਦਿਆਂ ਚੀਮਾ ਨੇ ਮੋਰਚੇ ਦੇ ਪ੍ਰਬੰਧਕਾਂ ਨੂੰ ਹਮਲਾਵਰਾਂ ਦੀ ਨਿਸ਼ਾਨਦੇਹੀ ਕਰਨ ਲਈ ਕਿਹਾ ਤੇ ਇਹ ਵੀ ਕਿਹਾ ਕਿ ਸਾਡਾ ਜੋ ਵੀ ਰੋਲ ਹੋਏਗਾ ਅਸੀਂ ਡਟ ਕੇ ਪਹਿਰਾ ਦੇਵਾਂਗੇ। ਪੁਲਿਸ ਨੂੰ ਤਕੜੇ ਹੱਥੀ ਉਹਨਾਂ ਨੇ ਲਿਆ ਹੈ। ਸਿਕੰਦਰ ਸਿੰਘ ਮਲੂਕਾ ਵੀ ਮੌਜੂਦ ਸਨ। ਉਹਨਾਂ ਨੇ ਕਿਹਾ ਕਿ ਕੁਝ ਅਜਿਹੇ ਲੋਕ ਨੇ ਜਿਹੜੇ ਸਿੱਖਾਂ ਦੇ ਮਸਲੇ ਹੱਲ ਨਹੀਂ ਹੋਣ ਦੇਣਾ ਚਾਹੁੰਦੇ ਤੇ ਉਹਨਾਂ ਨੇ ਪ੍ਰਬੰਧਕਾਂ ਨੂੰ ਅਜਿਹੇ ਲੋਕਾਂ ਦੀ ਪੜਤਾਲ ਕਰਨ ਦੇ ਲਈ ਕਿਹਾ ਹੈ। ਮੈਂ ਕਹਿੰਦਾ ਕਿ ਇਹ ਜਿਹੜੇ ਕੰਮ ਹੁੰਦੇ ਨੇ, ਕੌਮੀ ਕਾਜ ਜਿਹੜੇ ਹੁੰਦੇ ਆ, ਇਹਦੇ ਤੇ ਕੋਈ ਵੀ ਸਮਰਥਨ ਦੇਣ ਆਵੇ ਤੇ ਉਹਨੂੰ ਵੈਲਕਮ ਕਰਨਾ ਚਾਹੀਦਾ ਹੁੰਦਾ। ਤੁਸੀਂ ਆਪੋ ਚ ਲੜ ਕੇ ਤੇ ਕੀ ਕੇਸ ਨੂੰ ਸਟਰੋਂਗ ਕਰਦੇ ਹੋ ਕਿ ਆਪਣੀ ਸ਼ਕਤੀ ਕਮਜ਼ੋਰ ਕਰਦੇ ਹੋ? ਕੋਈ ਹੋਵੇ, ਭਾਵੇਂ ਦਾਦੂਵਾਲ ਹੋਵੇ, ਅਸੀਂ ਤਾਂ ਹਰ ਗਲਤ ਕੰਮ ਦੀ ਨਿਖੇਧੀ ਕਰਦੇ ਹਾਂ। ਕੋਈ ਵੀ ਕਿਸੇ ਦਾ ਸਮਰਥਨ ਕਰਨਾ ਹੁੰਦਾ ਸ਼ਾਂਤਮਈ ਤਰੀਕੇ ਨਾਲ ਉਹਦਾ ਸਵਾਗਤ ਕਰਨਾ ਚਾਹੀਦਾ। ਹਰ ਇੱਕ ਦੀ ਨਿਖੇਧੀ ਕਰਦੇ ਹਾਂ ਅਸੀਂ। ਹੁਣ ਜ਼ੀਰਾ ਦੇ ਸਾਂਝਾ ਮੋਰਚਾ ਦੀ ਗੱਲ ਕਰ ਲਈਏ ਜਿਹੜਾ ਕਿ ਜਿੱਤ ਲਿਆ ਗਿਆ ਹੈ, ਜਿਸ ਮੂਹਰੇ ਸਰਕਾਰ ਝੁਕ ਗਈ ਹੈ। ਸਰਕਾਰ ਨੇ ਮਾਲਬਰੌਸ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਸੀ। ਉਸ ਮੋਰਚੇ ਦੇ ਪ੍ਰਬੰਧਕਾਂ ਦੀ ਬੈਠਕ ਹੋਈ ਹੈ। ਉਸ ਬੈਠਕ ਦੇ ਵਿੱਚ ਕੁਝ ਫੈਸਲੇ ਲਏ ਗਏ ਨੇ। ਮੋਰਚੇ ਨੇ ਪੰਜਾਬ ਸਰਕਾਰ ਨੂੰ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦੇ ਫੈਸਲੇ ਨੂੰ ਲਿਖਤੀ ਰੂਪ ਦੇ ਵਿੱਚ ਦੇਣ ਲਈ ਕਿਹਾ ਹੈ। ਪਹਿਲਾਂ ਇਹ ਦੱਸ ਦਈਏ ਕਿ ਮੋਰਚਾ ਹਾਲੇ ਵੀ ਜਾਰੀ ਹੈ। ਕਹਿੰਦੇ ਇਹ ਲਿਖਤੀ ਰੂਪ ਚ ਦਿਓ ਕਿ ਸ਼ਰਾਬ ਫੈਕਟਰੀ ਪੂਰਨ ਤੌਰ ਤੇ ਬੰਦ ਹੋਵੇਗੀ। ਮੋਰਚੇ ਵਿੱਚ ਪ੍ਰਦਰਸ਼ਨਕਾਰੀਆਂ ਤੇ ਦਰਜ ਜਿਹੜੇ ਕੇਸ ਸੀ ਉਹ ਵਾਪਸ ਹੋਣਗੇ। 2 ਵਿਅਕਤੀਆਂ ਦੀ ਜਿਹੜੀ ਸ਼ਰਾਬ ਫੈਕਟਰੀ ਕਾਰਨ ਮੌਤ ਹੋਈ ਹੈ, ਰਾਜਵੀਰ ਸਿੰਘ ਤੇ ਬੂਟਾ ਸਿੰਘ, ਉਹਨਾਂ ਦੀ ਮੌਤ ਲਈ ਸਰਕਾਰ ਹੈ ਜਿਹੜੀ ਉਹ ਪਰਿਵਾਰਾਂ ਨੂੰ ਮੁਆਵਜ਼ਾ ਦੇਵੇ। ਸ਼ਰਾਬ ਫੈਕਟਰੀ ਦੇ ਮਜ਼ਦੂਰ ਜਿਨ੍ਹਾਂ ਦਾ ਰੋਜ਼ਗਾਰ ਫੈਕਟਰੀ ਦੇ ਬੰਦ ਹੋਣ ਕਰਕੇ ਖੁੱਸ ਜਾਊਗਾ, ਉਹਨਾਂ ਨੂੰ 5-5 ਲੱਖ ਰੁਪਏ ਦਿੱਤੇ ਜਾਣ। ਇਸ ਦੇ ਨਾਲ ਹੀ ਖੰਡ ਮਿਲ ਸ਼ੁਰੂ ਕਰਕੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਨੌਕਰੀ ਦਿੱਤੀ ਜਾਵੇ। ਮੋਰਚੇ ਨੇ ਹੋਰ ਮੰਗਾਂ ਰੱਖਦੇ ਇਹ ਵੀ ਕਿਹਾ ਕਿ ਫੈਕਟਰੀ ਕਰਕੇ ਜਿਹੜਾ ਪਿੰਡਾਂ ਦਾ ਪਾਣੀ ਗੰਦਾ ਹੋਇਆ ਉਸ ਦਾ ਹਰਜਾਨਾ ਵੀ ਭਰਿਆ ਜਾਵੇ। ਮੋਰਚੇ ਨੇ ਇਲਾਕੇ ਦੇ ਲਈ ਹਸਪਤਾਲ ਬਣਾਉਣ ਦੀ ਵੀ ਮੰਗ ਕੀਤੀ ਹੈ ਕਿ ਅੱਜ ਅਸੀਂ ਕੁਝ ਫੈਸਲੇ ਲੈਣੇ। ਪਹਿਲਾ ਫੈਸਲਾ ਇਹ ਆ ਵੀ ਸ਼ਰਾਬ ਫੈਕਟਰੀ ਦੇ ਜਿਹੜਾ ਫੈਸਲਾ ਲਿਆ, ਸ਼ਲਾਘਾਯੋਗ ਕਦਮ ਕੀਤਾ ਸਰਕਾਰ ਨੇ, ਉਸ ਦੀ ਸਾਨੂੰ ਲਿਖਤੀ ਰੂਪ ਵਿੱਚ ਸਾਨੂੰ ਮਿਲੇ ਵੀ ਜਿਹੜੀ ਸ਼ਰਾਬ ਫੈਕਟਰੀ ਪੂਰਨ ਤੌਰ ਤੇ ਬੰਦ ਆ, ਸਾਰੀ ਹੀ ਯੂਨਿਟ ਦੀ ਬੰਦ ਆ। ਦੂਸਰਾ ਫੈਸਲਾ ਇਹ ਸੀਗਾ ਵੀ ਜਿੰਨੇ ਵੀ ਸਾਡੇ ਤੇ ਪਰਚੇ ਹੋਏ ਆ ਉਹ ਪਰਚੇ ਰੱਦ ਕੀਤੇ ਜਾਣ ਤੇ ਇਹ ਸਾਡੀਆਂ ਮੁੱਖ ਮੰਗਾਂ ਮੰਨਦੇ ਹੋਏ ਵੀ ਸਰਕਾਰ ਨੂੰ ਤੁਰੰਤ ਅਸੀਂ ਇਸ ਮੰਗਾਂ ਨੂੰ ਮੰਨਣਾ ਚਾਹੀਦਾ। ਉਸ ਤੋਂ ਬਾਅਦ
ਵੀ ਜਿਹੜੇ ਇੱਕ ਰਾਜਵੀਰ ਤੇ ਬੂਟਾ ਸਿੰਘ ਦੀ ਡੈਥ ਹੋਈ ਆ ਉਹਨਾਂ ਦੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ। ਉਸ ਤੋਂ ਬਾਅਦ ਜਿਹੜੇ ਸ਼ਰਾਬ ਫੈਕਟਰੀ ਦੇ ਮਜ਼ਦੂਰ ਨੇ ਜਿਨ੍ਹਾਂ ਦੀਆਂ ਕੰਮ ਗਿਆ ਰੁਜ਼ਗਾਰ ਗਿਆ ਉਸ ਨੂੰ 5-5 ਲੱਖ ਰੁਪਈਆ ਅਤੇ ਨਾਲ ਖੰਡ ਮਿੱਲ ਸ਼ੁਰੂ ਕੀਤੀ ਜਾਵੇ ਤੇ ਉਸ ਨੂੰ ਮਤਲਬ ਉਹਦੇ ਵਿੱਚ ਪਹਿਲ ਦੇ ਆਧਾਰ ਤੇ ਨੌਕਰੀ ਦਿੱਤੀ ਜਾਵੇ। ਫਿਰ ਜਿਹੜਾ ਇਹਨਾਂ ਨੇ ਸਾਡੇ ਪਿੰਡਾਂ ਦਾ ਗੰਦਾ ਪਾਣੀ ਕੀਤਾ ਉਹਦਾ ਇਹਨਾਂ ਨੂੰ ਹਰਜਾਨਾ ਪਾਇਆ ਜਾਵੇ ਤੇ ਇੱਕ ਸਾਡੇ ਇਲਾਕੇ ਨੂੰ ਹਸਪਤਾਲ ਦਿੱਤਾ ਜਾਵੇ ਅਤੇ ਇਦਾਂ ਦੀਆਂ ਮੰਗਾਂ ਸੀ 8-10 ਮੰਗਾਂ ਤੇ ਉਹ ਅਸੀਂ ਸਰਕਾਰ ਕੋਲੇ ਅੱਗੇ ਰੱਖੀਆਂ ਜੀ। ਇਸ ਦੇ ਨਾਲ ਹੀ ਮੋਰਚੇ ਨੇ ਇੱਕ ਹੋਰ ਵੱਡਾ ਇਕੱਠ ਰੱਖਿਆ ਹੈ। ਵੀਰਵਾਰ ਨੂੰ 19 ਜਨਵਰੀ ਨੂੰ ਠੀਕ ਸਵੇਰੇ 11 ਵਜੇ ਮੀਟਿੰਗ ਰੱਖੀ ਗਈ ਹੈ ਸਾਂਝੇ ਮੋਰਚੇ ਦੀ ਤੇ ਉਸ ਮੀਟਿੰਗ ਦੇ ਵਿੱਚ ਪਹੁੰਚਣ ਦੇ ਲਈ ਉਹਨਾਂ ਨੇ ਸਭ ਨੂੰ ਸੱਦਾ ਦਿੱਤਾ ਹੈ। ਇਸ ਅਹਿਮ ਮੀਟਿੰਗ ਦੇ ਵਿੱਚ ਕੀ ਕੁਝ ਫੈਸਲੇ ਲਏ ਜਾਣੇ ਨੇ ਵੀ ਦੇਖਣਾ ਅਹਿਮ ਰਹੇਗਾ। ਮੌਸਮ ਦੀ ਗੱਲ ਕਰ ਲਈਏ ਤਾਂ ਪੰਜਾਬ ਤੇ ਹਰਿਆਣਾ ਦੇ ਵਿੱਚ ਕੜਾਕੇ ਦੀ ਠੰਡ ਲਗਾਤਾਰ ਜਾਰੀ ਹੈ। ਜ਼ਿਆਦਾਤਰ ਪੰਜਾਬ ਦੀਆਂ ਥਾਵਾਂ ਤੇ ਘੱਟੋ-ਘੱਟ ਤਾਪਮਾਨ ਆਮ ਦੇ ਨਾਲੋਂ ਥੱਲੇ ਜਾ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਪੰਜਾਬ ਦੇ ਜਲੰਧਰ ਜ਼ਿਲ੍ਹੇ ਦਾ ਆਦਮਪੁਰ ਜਿਹੜਾ ਸਭ ਤੋਂ ਵੱਧ ਠੰਡਾ ਰਿਹਾ। ਬੁੱਧਵਾਰ ਨੂੰ ਘੱਟੋ-ਘੱਟ ਤਾਪਮਾਨ -1 ਡਿਗਰੀ ਸੈਲਸੀਅਸ ਰਿਹਾ। ਬਠਿੰਡਾ ਤੇ ਫਰੀਦਕੋਟ ਦੇ ਵਿੱਚ ਵੀ ਘੱਟੋ-ਘੱਟ ਤਾਪਮਾਨ -0.2 ਤੇ 0.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤਰ੍ਹਾਂ ਹਰਿਆਣਾ ਦੇ ਨਾਰਨੌਲ ਦਾ ਜਿਹੜਾ ਇਲਾਕਾ ਹੈ ਉਹ ਸਭ ਤੋਂ ਠੰਡਾ ਰਿਹਾ। ਸਿਰਸਾ, ਹਿਸਾਰ, ਕਰਨਾਲ, ਰੋਹਤਕ, ਅੰਬਾਲਾ ਇੱਥੇ ਵੀ 5 ਡਿਗਰੀ ਤੋਂ ਥੱਲੇ ਹੀ ਤਾਪਮਾਨ ਦਰਜ ਕੀਤਾ ਗਿਆ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬੋਰਡ ਦੀਆਂ ਪ੍ਰੀਖਿਆਵਾਂ ਦੇ ਲਈ ਤਰੀਕਾਂ 'ਚ ਬਦਲਾਅ ਕੀਤਾ ਹੈ। ਵਿਦਿਆਰਥੀਆਂ ਦੇ ਲਈ ਬੜੀ ਜ਼ਰੂਰੀ ਖਬਰ ਹੈ। ਨਵੀਂ ਜਾਰੀ ਕੀਤੀ ਡੇਟਸ਼ੀਟ ਦੇ ਮੁਤਾਬਿਕ 5ਵੀਂ ਜਮਾਤ ਦੀ ਪ੍ਰੀਖਿਆ 27 ਫਰਵਰੀ ਤੋਂ 6 ਮਾਰਚ ਤੱਕ, 8ਵੀਂ ਦੇ ਪੱਕੇ ਪੇਪਰ 25 ਫਰਵਰੀ ਤੋਂ 21 ਮਾਰਚ ਤੱਕ, 10ਵੀਂ ਦੇ ਪੱਕੇ ਪੇਪਰ 24 ਮਾਰਚ ਤੋਂ 20 ਅਪ੍ਰੈਲ ਤੱਕ ਅਤੇ 12ਵੀਂ ਦੀ ਪ੍ਰੀਖਿਆ 20 ਮਾਰਚ ਤੋਂ 20 ਅਪ੍ਰੈਲ ਤੱਕ ਹੋਵੇਗੀ ਅਤੇ ਪੂਰੀ ਜਿਹੜੀ ਡੇਟਸ਼ੀਟ ਹੈ ਉਹ ਤੁਸੀਂ ਬੋਰਡ ਦੀ ਅਧਿਕਾਰਿਤ ਵੈਬਸਾਈਟ ਤੋਂ ਦੇਖ ਸਕਦੇ ਹੋ। BSF ਨੇ ਪੰਜਾਬ ਦੇ ਵਿੱਚ ਕੌਮਾਂਤਰੀ ਸਰਹੱਦ ਦੇ ਨੇੜੇ ਹਥਿਆਰਾਂ ਦਾ ਜ਼ਖੀਰਾ ਬਰਾਮਦ ਕੀਤਾ ਜੋ ਪਾਕਿਸਤਾਨ ਤੋਂ ਆਏ ਡਰੋਨ ਰਾਹੀਂ ਸੁੱਟਿਆ ਗਿਆ। 17-18 ਜਨਵਰੀ ਦੀ ਦਰਮਿਆਨੀ ਰਾਤ ਨੂੰ BSF ਦੇ ਜਵਾਨਾਂ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਸਰਹੱਦੀ ਪਿੰਡ ਉੱਚਾ ਟਕਲਾ ਦੇ ਵਿੱਚ ਪਾਕਿਸਤਾਨ ਤੋਂ ਆਉਣ ਵਾਲੇ ਡਰੋਨ ਦੀ ਆਵਾਜ਼ ਸੁਣੀ। BSF ਟੀਮ ਨੇ ਡਰੋਨ ਵੱਲ ਗੋਲੀਬਾਰੀ ਕੀਤੀ ਅਤੇ ਜ਼ਮੀਨ ਉੱਤੇ ਕਿਸੇ ਚੀਜ਼ ਦੇ ਡਿੱਗਣ ਦੀ ਆਵਾਜ਼ ਸੁਣੀ। ਇਸ ਮਗਰੋਂ ਇਲਾਕੇ ਦੀ ਤਲਾਸ਼ੀ ਲਈ ਗਈ ਤਾਂ 4 ਚੀਨੀ ਪਿਸਤੌਲ, 8 ਮੈਗਜ਼ੀਨ ਤੇ 47 ਗੋਲੀਆਂ ਦਾ ਜਿਹੜਾ ਇੱਕ ਪੈਕੇਟ ਹੈ ਉਹ ਬਰਾਮਦ ਹੋਇਆ। ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦੇ ਨੇੜੇ ਬੰਬ ਮਿਲਣ ਦੀ ਘਟਨਾ ਤੋਂ ਬਾਅਦ ਹੁਣ ਲੁਧਿਆਣਾ ਦੇ ਖੰਨਾ ਵਿੱਚ ਇੱਕ ਹੋਰ ਬੰਬ ਮਿਲਿਆ ਹੈ। ਦੈਨਿਕ ਭਾਸਕਰ ਦੀ ਖਬਰ ਦੇ ਮੁਤਾਬਿਕ 7 ਦਿਨ ਪਹਿਲਾਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਜਿਹੜੀ ਥਾਂ ਤੋਂ ਲੰਘੀ ਸੀ ਉਸ ਥਾਂ ਤੇ ਹੀ ਇਹ ਬੰਬ ਮਿਲਿਆ ਹੈ। ਇਸ ਤੋਂ ਬਾਅਦ ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ। ਬੰਬ ਨਿਰੋਧਕ ਟੀਮ ਹੈ ਜਿਹੜੀ ਉਸ ਨੂੰ ਬੰਬ ਦੀ ਜਾਂਚ ਲਈ ਵੀ ਬੁਲਾ ਲਿਆ ਗਿਆ। ਭਾਰਤ ਸਰਕਾਰ SGPC ਇੰਡੀਅਨ ਵਰਲਡ ਫੋਰਮ ਦੇ ਪ੍ਰਧਾਨ ਪੁਨੀਤ ਸਿੰਘ ਚੰਡੋਕ ਦੇ ਸਹਿਯੋਗ ਦੇ ਨਾਲ ਕਾਬੁਲ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਤੋਂ ਨਵੀਂ ਦਿੱਲੀ ਪਹੁੰਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਅਤੇ ਅਫਗਾਨ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਾਗੋ ਪਾਰਟੀ ਦੇ ਕੌਮਾਂਤਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਸਰਨਾ ਜਿਹੜੇ ਪਰਮਜੀਤ ਸਿੰਘ ਸਰਨਾ ਨੇ ਦਿੱਲੀ ਕਮੇਟੀ ਦੇ ਇੱਕ ਹੋਰ ਸਾਬਕਾ ਪ੍ਰਧਾਨ ਉਹ ਵੀ ਪਹੁੰਚੇ ਹੋਏ ਸਨ। ਇਹਨਾਂ ਪਾਵਨ ਸਰੂਪਾਂ ਨੂੰ ਪੂਰੀ ਗੁਰਮਰਿਆਦਾ ਦੇ ਮੁਤਾਬਿਕ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਗੁਰਦੁਆਰਾ ਸਾਹਿਬ ਲਈ ਭੇਜ ਦਿੱਤਾ ਗਿਆ, ਰਵਾਨਾ ਕੀਤਾ ਗਿਆ। ਡੇਰਾਬੱਸੀ ਦੇ ਪਿੰਡ ਤ੍ਰਿਵੇਦੀ ਕੈਂਪ ਵਸਨੀਕ ਰਜਿੰਦਰ ਕੁਮਾਰ ਨੂੰ ਅਸੀਂ ਵਧਾਈਆਂ ਦੇਵਾਂਗੇ ਕਿਉਂਕਿ ਉਹਨਾਂ ਦੀ 5 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ। 50 ਸਾਲਾਂ ਦੇ ਰਜਿੰਦਰ ਕੁਮਾਰ ਦੇ ਲਈ ਇਹ ਖੁਸ਼ੀ ਵੱਡੀ ਤਾਂ ਹੈ ਕਿਉਂਕਿ ਆਟੋ ਰਿਕਸ਼ਾ ਚਲਾਉਂਦੇ ਨੇ। ਆਟੋ ਰਿਕਸ਼ਾ ਚਲਾਉਂਦੇ ਬੰਦੇ ਨੂੰ 5 ਕਰੋੜ ਦੀ ਲਾਟਰੀ ਨਿਕਲ ਆਵੇ ਤਾਂ ਬਹੁਤ ਹੀ ਵੱਡੀ ਖਬਰ ਬਣਦੀ ਹੈ। ਇਹਨਾਂ ਦੇ 3 ਬੱਚੇ ਨੇ। ਕੁਝ ਦਿਨ ਪਹਿਲਾਂ ਹੀ ਇਹਨਾਂ ਨੇ ਲੋਹੜੀ ਬੰਪਰ ਦੀ ਟਿਕਟ ਖਰੀਦੀ ਸੀ ਤੇ ਉਹਨਾਂ ਦੀ ਕਿਸਮਤ ਖੁੱਲ ਗਈ। ਲਾਟਰੀ ਜ਼ਿਰਕਪੁਰ ਤੋਂ ਖਰੀਦੀ ਸੀ। ਰਜਿੰਦਰ ਦੀ ਲਾਟਰੀ ਨਿਕਲਣ ਤੋਂ ਬਾਅਦ ਪੂਰੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਹੈ। 5 ਕਰੋੜ ਦੀ ਲਾਟਰੀ ਦਾ ਉਹਨਾਂ ਨੇ ਕੀ ਕਰਨਾ ਹੈ ਇਹ ਹਲੇ ਨਹੀਂ ਪਤਾ ਲੱਗ ਪਾਇਆ। ਚੰਡੀਗੜ੍ਹ ਦੇ ਇੱਕ IAS ਅਫਸਰ ਆਪਣੀ ਸਮਝਦਾਰੀ ਦੇ ਨਾਲ ਇੱਕ ਸ਼ਖਸ ਨੂੰ ਮੌਤ ਦੇ ਮੂੰਹ ਚੋਂ ਬਾਹਰ ਕੱਢ ਲਿਆਇਆ। ਸੈਕਟਰ 41A ਦਾ ਰਹਿਣ ਵਾਲਾ ਜਨਕ ਕੁਮਾਰ ਨਾਮ ਦਾ ਸ਼ਖਸ ਆਪਣਾ ਕੋਈ ਕੰਮ ਕਰਵਾਉਣ ਦੇ ਲਈ ਚੰਡੀਗੜ੍ਹ ਹਾਊਸਿੰਗ ਬੋਰਡ ਦੇ ਦਫ਼ਤਰ ਪਹੁੰਚਿਆ। ਉੱਥੇ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਸਾਹਮਣੇ ਖੜੇ IAS ਆਫੀਸਰ ਜਸ਼ਪਾਲ ਗਰਗ ਨੇ ਲੋਕਾਂ ਦੀ ਮਦਦ ਦੇ ਨਾਲ ਉਸ ਨੂੰ ਕੁਰਸੀ ਤੇ ਬਿਠਾਇਆ ਅਤੇ ਫੌਰਨ ਦੋਵੇਂ ਹੱਥਾਂ ਦੇ ਨਾਲ ਛਾਤੀ ਦੇ ਖੱਬੇ ਪਾਸੇ ਪ੍ਰੈਸ ਕਰਨਾ ਸ਼ੁਰੂ ਕਰ ਦਿੱਤਾ। ਫਿਰ ਪਾਣੀ ਵੀ ਪਿਆਇਆ ਗਿਆ, ਹਸਪਤਾਲ ਭੇਜ ਦਿੱਤਾ। ਇਸ ਨੂੰ ਜਿਹੜਾ ਹੈਗਾ ਤੁਰੰਤ ਜਿਹੜੀ ਐਮਰਜੈਂਸੀ ਰਾਹਤ ਦਿੱਤੀ ਜਾਂਦੀ ਹੈ ਉਹ ਹੁੰਦਾ। ਪਿਛਲੇ ਦਿਨ ਇੱਕ ਖਾਸ ਰਿਪੋਰਟ ਵੀ ਕੀਤੀ ਸੀ ਮੇਰੇ ਸਾਥੀ ਰਾਹੁਲ ਕਾਲਾ ਨੇ ਜਿਹਦੇ ਵਿੱਚ ਦੱਸਿਆ ਸੀ ਕਿ ਜੇ ਹਾਰਟ ਅਟੈਕ ਜਿਸ ਨੂੰ ਹੋਇਆ ਹੈ ਵਿਅਕਤੀ ਨੂੰ ਉਸ ਨੂੰ ਜੇ ਤੁਰੰਤ ਐਮਰਜੈਂਸੀ ਰਾਹਤ ਦਿੱਤੀ ਜਾਵੇ ਤਾਂ ਉਸ ਦੀ ਜਾਨ ਬਚਾਈ ਜਾ ਸਕਦੀ ਹੈ। ਪਹਿਲੇ 3 ਮਿੰਟ ਬਹੁਤ ਹੀ ਅਹਿਮ ਹੁੰਦੇ ਨੇ। IAS ਜਸ਼ਪਾਲ ਗਰਗ ਨੇ ਜਿਸ ਸਮਝਦਾਰੀ ਦੇ ਨਾਲ ਐਕਸ਼ਨ ਲੈਂਦੇ ਹੋਏ ਜਨਕ ਕੁਮਾਰ ਨੂੰ ਬਚਾਇਆ ਕਾਬਿਲੇ ਤਾਰੀਫ ਹੈ। ਇੱਕ ਘਰ ਦਾ ਚਿਰਾਗ ਬੁਝਣ ਤੋਂ ਬਚਾ ਲਿਆ ਹੈ।
ਇਹ ਜਿਹੜੀ ਤੁਰੰਤ ਸਹਾਇਤਾ ਹੁੰਦੀ ਹੈ ਇਸ ਨੂੰ CPR ਕਿਹਾ ਜਾਂਦਾ ਹੈ। CPR ਦੇ ਬਾਰੇ ਸਾਰਿਆਂ ਨੂੰ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਬਰੀਫ ਦੇ ਵਿੱਚ ਜਾਣਕਾਰੀ ਜੇ ਤੁਹਾਨੂੰ ਮੈਂ ਵੀ ਦੱਸ ਦੇਵਾਂ ਤਾਂ ਜਦੋਂ ਕਿਸੇ ਇਨਸਾਨ ਨੂੰ ਤੁਹਾਡੇ ਸਾਹਮਣੇ ਹਾਰਟ ਅਟੈਕ ਹੋ ਗਿਆ, ਪਰ ਤੁਹਾਨੂੰ ਪਤਾ ਹੋਵੇ ਕਿ ਇਹਨੂੰ ਹਾਰਟ ਅਟੈਕ ਹੋਇਆ ਹੈ, ਹਾਰਟ ਅਟੈਕ ਹੋ ਗਿਆ, ਉਸ ਨੂੰ ਜ਼ਮੀਨ ਦੇ ਉੱਤੇ ਥੱਲੇ ਲਿਟਾ ਦਿਓ ਤੇ ਖੱਬੇ ਪਾਸੇ ਹੱਥ ਨੂੰ ਇਸ ਤਰੀਕੇ ਦੇ ਨਾਲ ਕਰਕੇ ਜ਼ੋਰ ਦੇ ਨਾਲ ਪ੍ਰੈਸ ਕਰਨਾ ਹੁੰਦਾ, ਉਸ ਦਾ ਮੂੰਹ ਹੈ ਜਿਹੜਾ ਉਹ ਪੂਰਾ ਖੋਲ ਦੇਣਾ ਹੁੰਦਾ ਤੇ ਇਸ ਤਰੀਕੇ ਦੇ ਨਾਲ ਕਈ ਵਾਰੀ ਜਾਨ ਬਚ ਸਕਦੀ ਹੈ। ਖੇਡਾਂ ਦੇ ਨਾਲ ਜੁੜੀਆਂ ਕੁਝ ਅਪਡੇਟਸ ਤੁਹਾਨੂੰ ਦੱਸ ਦਿੰਦੇ ਹਾਂ। ਟੋਕੀਓ 올림픽ਸ ਦੇ ਕਾਂਸੀ ਤਗਮਾ ਜੇਤੂ ਬਜਰੰਗ ਪੁਨੀਆ ਤੇ ਵਿਸ਼ਵ ਚੈਂਪੀਅਨਸ਼ਿਪ ਤਗਮਾ ਜੇਤੂ ਵਿਨੇਸ਼ ਫੋਗਾਟ ਸਮੇਤ ਦੇਸ਼ ਦੇ ਨਾਮੀ ਪਹਿਲਵਾਨ ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਦੇ ਕਥਿਤ ਤਾਨਾਸ਼ਾਹੀ ਰਵੱਈਏ ਦੇ ਖਿਲਾਫ ਧਰਨੇ ਦੇ ਉੱਤੇ ਬੈਠ ਗਏ ਨੇ। ਪਹਿਲਵਾਨਾਂ ਨੇ ਆਪਣੀਆਂ ਸ਼ਿਕਾਇਤਾਂ ਜਾਂ ਮੰਗਾਂ ਬਾਰੇ ਵਿਸਥਾਰ ਦੇ ਵਿੱਚ ਤਾਂ ਨਹੀਂ ਦੱਸਿਆ, ਪਰ ਸਪਸ਼ਟ ਹੈ ਕਿ ਉਹ WFI ਦੇ ਪ੍ਰਧਾਨ ਅਤੇ ਕੈਸਰਗੰਜ ਤੋਂ BJP ਦੇ ਸੰਸਦ ਮੈਂਬਰ ਦੇ ਰਵੱਈਏ ਤੋਂ ਤੰਗ ਪਰੇਸ਼ਾਨ ਹੋ ਕੇ ਦਿੱਲੀ ਦੇ ਜੰਤਰ ਮੰਤਰ ਤੇ ਧਰਨੇ ਉੱਤੇ ਬੈਠ ਗਏ ਨੇ। ਮੱਧ ਪ੍ਰਦੇਸ਼ ਦੇ ਵਿੱਚ ਹਾਕੀ ਵਰਲਡ ਕੱਪ ਚੱਲ ਰਿਹਾ, ਉਸ ਦੀ ਵੀ ਜਾਣਕਾਰੀ ਤੁਹਾਨੂੰ ਦੇ ਦਿੰਦੇ ਹਾਂ। 18 ਜਨਵਰੀ ਨੂੰ ਕੋਈ ਮੈਚ ਨਹੀਂ ਖੇਡਿਆ ਗਿਆ। 19 ਜਨਵਰੀ ਨੂੰ ਤਕਰੀਬਨ 4 ਵੱਡੇ ਮੁਕਾਬਲੇ ਹੋਣਗੇ। ਭਾਰਤ ਦਾ ਮੁਕਾਬਲਾ ਵੇਲਸ ਦੇ ਨਾਲ ਹੋਵੇਗਾ, ਸਪੇਨ ਇੰਗਲੈਂਡ ਨੂੰ ਟੱਕਰ ਦੇਵੇਗੀ, ਨੀਦਰਲੈਂਡ ਦਾ ਚਿਲੀ ਦੇ ਨਾਲ ਮੁਕਾਬਲਾ ਹੋਏਗਾ ਤਾਂ ਮਲੇਸ਼ੀਆ ਦਾ ਨਿਊਜ਼ੀਲੈਂਡ ਦੇ ਨਾਲ ਮੁਕਾਬਲਾ ਹੋਏਗਾ। ਭਾਰਤ ਦੀ ਸਿਖਰ ਲਈ ਤੇਜ਼ ਦੌੜਾਕ ਦੂਤੀ ਚੰਦ ਨੂੰ ਪਾਬੰਦੀਸ਼ੁਦਾ ਪਦਾਰਥ ਦਾ ਸੇਵਨ ਕਰਨ ਦੀ ਦੋਸ਼ੀ ਪਾਇਆ ਗਿਆ ਤੇ ਉਸ ਨੂੰ ਅਸਥਾਈ ਤੌਰ ਤੇ ਖੇਡ ਚੋਂ ਸਸਪੈਂਡ ਕਰ ਦਿੱਤਾ ਗਿਆ ਹੈ। ਆਸਟ੍ਰੇਲੀਅਨ ਓਪਨ ਦੇ ਦੂਸਰੇ ਗੇੜ ਦੇ ਵਿੱਚ ਰਾਫੇਲ ਨਡਾਲ ਅਮਰੀਕਾ ਦੇ ਮੈਕੈਂਜੀ ਮੈਕਡੋਨਾਲਡ ਤੋਂ 6-4, 6-4, 7-5 ਦੇ ਨਾਲ ਹਾਰ ਗਏ, ਜਿਸ ਨਾਲ ਉਹਨਾਂ ਦਾ ਖਿਤਾਬ ਬਣਾਉਣ ਅਤੇ 23ਵੀਂ ਵਾਰ ਗ੍ਰੈਂਡ ਸਲੈਮ ਜਿੱਤ ਕੇ ਰਿਕਾਰਡ ਬਣਾਉਣ ਦਾ ਸੁਪਨਾ ਟੁੱਟ ਗਿਆ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।